ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਸਾਰਿਆਂ ਨੂੰ ਜੈ ਮਸੀਹ ਦੀ। ਪ੍ਰਭੂ ਯਿਸੂ ਮਸੀਹ ਵਿੱਚ ਪਿਆਰੇ ਭੈਣ ਭਾਈਓ, ਪਰਮੇਸ਼ਰ ਪਿਤਾ ਦਾ ਧੰਨਵਾਦ ਜਿਸ ਪਰਮੇਸ਼ਰ ਨੇ ਅੱਜ ਫਿਰ ਸਾਨੂੰ ਆਪਣੇ ਪਵਿੱਤਰ ਭਵਨ ਵਿੱਚ ਲੈ ਕੇ ਆਂਦਾ ਹੈ। ਅਸੀਂ ਪਰਮੇਸ਼ਰ ਦੀ ਤਾਰੀਫ ਕਰਦੇ ਹਾਂ, ਉਹਦੀ ਮਹਿਮਾ ਕਰਦੇ, ਉਹਦਾ ਧੰਨਵਾਦ ਕਰਦੇ ਹਾਂ। ਹਾਲੇਲੂਇਆ ਹਾਲੇਲੂਇਆ। और ਅਸੀਂ ਆਰਾਧਨਾ ਕਰ ਰਹੇ ਸੀ ਪਰਮੇਸ਼ਰ ਦੀ ਕਿ ਸਾਰਾ ਜਲਾਲ ਯਿਸੂ ਮਸੀਹ ਦਾ, ਸਾਰੀ ਮਹਿਮਾ ਯਿਸੂ ਮਸੀਹ ਦੀ ਹੈ। ਹਾਲੇਲੂਇਆ ਹਾਲੇਲੂਇਆ। ਕਿਉਂਕਿ ਬਾਈਬਲ ਸਾਨੂੰ ਸਿਖਾਉਂਦੀ ਹੈ कि सारा आदर, महिमा और जलाल सिर्फ ते सिर्फ यीशु मसीह है। आमीन आमीन। और ਅਸੀਂ ਵੀ ਸਾਰਾ ਆਦਰ, ਸਾਰੀ ਮਹਿਮਾ ਉਸ ਨੂੰ ਦਿੰਦੇ ਹਾਂ, ਸਾਰੀਆਂ ਗੱਲਾਂ ਦੇ ਲਈ, ਸਾਰੇ ਕੰਮਾਂ ਦੇ ਲਈ ਪ੍ਰਭੂ ਯਿਸੂ ਮਸੀਹ ਦੇ ਨਾਮ ਨੂੰ ਮਹਿਮਾ ਦਿੰਦੇ ਹਾਂ, ਕਿਉਂਕਿ ਉਹ ਹੀ ਸਾਰੇ ਆਦਰ ਤੇ ਮਹਿਮਾ ਦੇ ਯੋਗ ਹੈ। ਸੋ ਆਪਣੇ ਭਵਨ ਦੇ ਵਿੱਚ ਆਪਣੀ ਪਾਕ ਹਜ਼ੂਰੀ ਵਿੱਚ ਸਾਨੂੰ ਲੈ ਕੇ ਆਇਆ, ਕਿਉਂਕਿ ਉਹ ਸਾਨੂੰ ਬਹੁਤ ਪਿਆਰ ਕਰਦਾ ਹੈ। ਉਹ ਪਿਆਰ ਕਰਨ ਵਾਲਾ ਪਰਮੇਸ਼ਰ ਸਾਡੇ ਜੀਵਨ ਦੇ ਵਿੱਚ ਜਿੰਨੇ ਵੀ ਦੁੱਖ, ਤਕਲੀਫ, ਮੁਸ਼ਕਲ, ਪਰੇਸ਼ਾਨੀਆਂ ਦੇ ਵਿੱਚੋਂ ਦੀ ਅਸੀਂ ਗੁਜ਼ਰਦੇ ਹਾਂ, ਬਿਮਾਰੀਆਂ ਦੇ ਵਿੱਚੋਂ ਦੀ ਗੁਜ਼ਰਦੇ ਹਾਂ, ਗਰੀਬੀ ਦੇ ਵਿੱਚੋਂ ਦੀ ਗੁਜ਼ਰਦੇ ਹਾਂ, ਕਰਜ਼ੇ ਦੇ ਵਿੱਚੋਂ ਦੀ ਗੁਜ਼ਰਦੇ ਹਾਂ, ਔਰ ਅਸੀਂ ਨਿੰਦਾ, ਅਪਮਾਨ ਦੇ ਵਿੱਚੋਂ ਦੀ ਗੁਜ਼ਰਦੇ ਹਾਂ, ਇਕੱਲੇਪਨ ਦੇ ਵਿੱਚੋਂ ਦੀ ਗੁਜ਼ਰਦੇ ਹਾਂ। ਕਈ ਵਾਰੀ ਸਾਡਾ ਜੀਵਨ ਨੂੰ ਤੋੜਿਆ ਜਾਂਦਾ ਹੈ, ਉਸ ਟੁੱਟਣ ਵਾਲੇ ਅਨੁਭਵ ਦੇ ਵਿੱਚੋਂ ਦੀ ਨਿਕਲ ਕੇ ਜਾਂਦੇ, ਮੌਤ ਦੀ ਵਾਦੀ ਦੇ ਵਿੱਚੋਂ ਦੀ ਲੰਘਣ ਵਾਲਾ ਅਨੁਭਵ ਪਰਮੇਸ਼ਰ ਆਪਣੇ ਲੋਕਾਂ ਨੂੰ ਦਿੰਦਾ ਹੈ। ਕਈ ਵਾਰੀ ਇੰਨਾ ਵੱਡਾ ਦੁੱਖ ਸਾਡੇ ਜੀਵਨ 'ਚ ਆ ਜਾਂਦਾ ਹੈ ਔਰ ਅਸੀਂ ਮਹਿਸੂਸ ਕਰਦੇ ਹਾਂ ਕਿ ਜਿਵੇਂ ਅਸੀਂ ਮੌਤ ਦੀ ਵਾਦੀ ਵਿੱਚੋਂ ਦੀ ਗੁਜ਼ਰ ਰਹੇ, ਮੌਤ ਦੀ ਵਾਦੀ ਵਿੱਚੋਂ ਦੀ ਲੰਘ ਰਹੇ। ਪਰ ਪ੍ਰਭੂ ਦਾ ਸੇਵਕ ਦਾਊਦ ਰਾਜਾ ਕਹਿੰਦਾ ਹੈ, ਬੇਸ਼ੱਕ ਮੈਂ ਮੌਤ ਦੀ ਵਾਦੀ ਦੇ ਵਿੱਚੋਂ ਦੀ ਵੀ ਕਿਉਂ ਨਾ ਲੰਘਾਂ, ਮੈਂ ਨਹੀਂ ਡਰਾਂਗਾ, ਕਿਉਂਕਿ ਮੇਰਾ ਪਰਮੇਸ਼ਰ ਮੇਰੇ ਨਾਲ। ਆਮੀਨ ਹਾਲੇਲੂਇਆ ਹਾਲੇਲੂਇਆ। ਕਿਵੇਂ ਦੇ ਮਰਜ਼ੀ ਹਾਲਾਤ ਸਾਡੀ ਜ਼ਿੰਦਗੀ ਵਿੱਚ ਬਣ ਜਾਣ, ਅਗਰ ਸਾਡਾ ਵਿਸ਼ਵਾਸ ਦ੍ਰਿੜ ਹੈ ਕਿ ਸਾਡਾ ਪਰਮੇਸ਼ਰ ਸਾਡੇ ਨਾਲ ਹੈ, ਤਾਂ ਫਿਰ ਉਹ ਹਰ ਇੱਕ ਵਾਦੀ ਵਿੱਚੋਂ ਦੀ, ਚਾਹੇ ਉਹ ਗਰੀਬੀ ਦੀ ਵਾਦੀ ਹੈ, ਮੌਤ ਦੀ ਵਾਦੀ ਹੈ, ਚਾਹੇ ਬਿਮਾਰੀਆਂ ਦੀ ਵਾਦੀ ਹੈ, ਸ਼ੈਤਾਨੀ ਸ਼ਕਤੀਆਂ ਦੀ ਵਾਦੀ ਹੈ, ਹਰ ਵਾਦੀ ਦੇ ਵਿੱਚ ਵੀ ਸਾਨੂੰ ਡੁੱਬਣ ਨਹੀਂ ਦੇਗਾ, ਸਗੋਂ ਆਪਣਾ ਹੱਥ ਵਧਾ ਕੇ ਸਾਨੂੰ ਬਚਾਏਗਾ। ਆਮੀਨ ਹਾਲੇਲੂਇਆ 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 ਹਾਲੇਲੂਇਆ। ਅਸੀਂ ਪਰਮੇਸ਼ਰ ਦੀ ਬਾਣੀ ਦੇ ਵਿੱਚੋਂ ਪੜਾਂਗੇ ਸੰਤ ਮੱਤੀ ਦੀ ਅੰਜੀਲ ਉਹਦਾ 14ਵਾਂ ਬਾਬ ਉਹਦੀ 28 ਐਤ ਤੋਂ ਪੜਾਂਗੇ। ਇਸ ਜਗ੍ਹਾ ਦੇ ਉੱਤੇ ਅਸੀਂ ਦੇਖਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਇੱਕ ਦਿਨ ਪਾਣੀ ਉੱਤੇ ਚੱਲ ਕੇ ਜਾ ਰਹੇ ਸਨ ਅਤੇ ਉਹਨਾਂ ਦੇ ਚੇਲੇ ਕਿਸ਼ਤੀ ਵਿੱਚ ਜਾ ਰਹੇ ਸੀ ਤੇ ਚੇਲੇ ਬਹੁਤ ਡਰ ਕੇ ਘਬਰਾ ਗਏ, ਕਿਉਂਕਿ ਅੱਜ ਤੋਂ ਪਹਿਲਾਂ ਉਹਨਾਂ ਨੇ ਕਦੀ ਕਿਸੇ ਨੂੰ ਪਾਣੀ ਉੱਤੇ ਚੱਲਦਾ ਨਹੀਂ ਦੇਖਿਆ। ਤੇ ਜਦੋਂ ਪਾਣੀ ਉੱਤੇ ਚੱਲਦੇ ਪ੍ਰਭੂ ਯਿਸੂ ਨੂੰ ਦੇਖੇ ਤੇ ਡਰ ਦੇ ਮਾਰੇ ਉਹਨਾਂ ਦੀਆਂ ਚੀਖਾਂ ਨਿਕਲ ਗਈਆਂ। ਪ੍ਰਭੂ ਯਿਸੂ ਨੇ ਉਹਨਾਂ ਨੂੰ ਕਿਹਾ, ਡਰੋ ਨਾ, ਮੈਂ ਹੀ ਹਾਂ। ਹਾਲੇਲੂਇਆ ਹਾਲੇਲੂਇਆ। ਪ੍ਰਭੂ ਯਿਸੂ ਨੇ ਉਹਨਾਂ ਨੂੰ ਕਿਹਾ, ਡਰੋ ਨਾ, ਮੈਂ ਹੀ ਹਾਂ। ਤਾਂ ਪਤਰਸ ਝੱਟ ਬੋਲਿਆ, ਕਹਿੰਦਾ ਪ੍ਰਭੂ ਜੀ ਜੇਕਰ ਤੁਸੀਂ ਹੋ ਤੇ ਫਿਰ ਮੈਨੂੰ ਆਗਿਆ ਦਿਓ, ਮੈਂ ਵੀ ਤੁਹਾਡੇ ਕੋਲ ਪਾਣੀ ਉੱਤੇ ਚੱਲ ਪਿਆ। ਪੜਾਂਗੇ ਪਰਮੇਸ਼ਰ ਦਾ ਵਚਨ। ਪਤਰਸ ਨੇ ਜਵਾਬ ਦਿੱਤਾ, ਮੈਂ ਕੋਲ ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਧਿਆਨ ਦੇ ਨਾਲ ਪੜਨਾ। ਤਦ ਪਤਰਸ ਨੇ ਜਵਾਬ ਦਿੱਤਾ, ਜਦੋਂ ਪ੍ਰਭੂ ਯਿਸੂ ਮਸੀਹ ਨੇ ਬੋਲਿਆ ਕਿ ਮੈਂ ਹੀ ਹਾਂ, ਤਦ ਪਤਰਸ ਨੇ ਜਵਾਬ ਦਿੱਤਾ, ਪ੍ਰਭੂ ਜੀ ਜੇਕਰ ਇਹ ਸੱਚਮੁੱਚ ਤੁਸੀਂ ਹੋ, ਜੇਕਰ ਇਹ ਸੱਚਮੁੱਚ ਤੁਸੀਂ ਪਾਣੀ ਦੇ ਉੱਤੇ ਚੱਲ ਕੇ ਸਾਡੇ ਵੱਲ ਆ ਰਹੇ ਹੋ, ਤਾਂ ਮੈਨੂੰ ਪਾਣੀ ਉੱਤੇ ਤੁਰ ਕੇ ਆਪਣੇ ਕੋਲ ਆਉਣ ਦਾ ਆਦੇਸ਼ ਦੇਵੋ। ਆਮੀਨ ਹਾਲੇਲੂਇਆ ਹਾਲੇਲੂਇਆ। ਤਦ ਮੈਨੂੰ ਵੀ ਆਦੇਸ਼ ਦੇਵੋ, ਮੈਨੂੰ ਹੁਕਮ ਕਰੋ ਕਿ ਮੈਂ ਵੀ ਤੁਹਾਡੇ ਵਾਂਗੂ ਤੁਹਾਡੇ ਕੋਲ ਪਾਣੀ ਉੱਤੇ ਚੱਲ ਕੇ ਆ ਸਕਾਂ। ਹਾਲੇਲੂਇਆ 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 ਹਾਲੇਲੂਇਆ। ਪਤਰਸ ਨੇ ਬੋਲਿਆ, ਪ੍ਰਭੂ ਜੀ ਜੇਕਰ ਤੁਸੀਂ ਹੋ ਤਾਂ ਫਿਰ ਮੈਨੂੰ ਵੀ ਆਗਿਆ ਦਿਓ ਕਿ ਜਿਵੇਂ ਤੁਸੀਂ ਪਾਣੀ ਉੱਤੇ ਚੱਲਦੇ ਹੋ ਉਵੇਂ ਮੈਂ ਵੀ ਪਾਣੀ ਉੱਤੇ ਚੱਲ ਸਕਾਂ। ਪ੍ਰਭੂ ਯਿਸੂ ਨੇ ਕੀ ਕਿਹਾ? ਪੜੋ। ਯਿਸੂ ਨੇ ਕਿਹਾ, ਪਤਰਸ ਆ ਜਾ। ਤਦ ਬੇੜੀਆਂ ਉਤਰਨ ਤੋਂ ਬਾਅਦ ਪਤਰਸ ਪਾਣੀ ਉੱਤੇ ਯਿਸੂ ਵੱਲ ਨੂੰ ਤੁਰਿਆ। ਆਮੀਨ ਆਮੀਨ। ਜਦੋਂ ਯਿਸੂ ਮਸੀਹ ਨੇ ਉਹਨੂੰ ਆਗਿਆ ਦੇ ਦਿੱਤੀ ਕਿ ਪਤਰਸ ਆ ਜਾ, ਤਾਂ ਉਸੇ ਸਮੇਂ ਉਹ ਬੇੜੀ ਵਿੱਚੋਂ ਉਤਰ ਗਿਆ ਅਤੇ ਪਾਣੀ ਉੱਤੇ ਤੁਰ ਕੇ ਪ੍ਰਭੂ ਯਿਸੂ ਮਸੀਹ ਦੇ ਵੱਲ ਜਾਣ ਲੱਗ ਪਿਆ। ਪਰ ਜਦੋਂ ਪਤਰਸ ਪਾਣੀ ਤੇ ਤੁਰਿਆ, ਜਦੋਂ ਪਤਰਸ ਪਾਣੀ ਉੱਤੇ ਤੁਰ ਰਿਹਾ ਸੀ, ਤਾਂ ਉਸਨੇ ਭਾਰੀ ਹਵਾ ਦਾ ਬੁੱਲਾ ਵੇਖਿਆ। ਜਦ ਉਸ ਨੂੰ ਪਾਣੀ ਉੱਤੇ ਚੱਲਦੇ ਚੱਲਦੇ ਨਜ਼ਰ ਆਇਆ ਕਿ ਹਵਾਵਾਂ ਦੇ ਤੇਜ਼ ਬੁੱਲੇ ਵੀ ਉਸ ਦਰਿਆ ਵਿੱਚ, ਉਸ ਨਦੀ ਦੇ ਵਿੱਚ ਉੱਠ ਰਹੇ ਨੇ ਅਤੇ ਉਹਦਾ ਧਿਆਨ ਪਾਣੀ ਦੇ ਬੁੱਲੇ ਵੱਲ ਚਲਾ ਗਿਆ ਅਤੇ ਉਹ ਡਰ ਗਿਆ ਅਤੇ ਉਹ ਤੇਜ਼ ਹਵਾਵਾਂ ਨੂੰ ਦੇਖ ਕੇ ਡਰ ਗਿਆ ਅਤੇ ਪਾਣੀ ਵਿੱਚ ਡੁੱਬਣ ਲੱਗਾ। ਉਹ ਪਾਣੀ ਦੇ ਵਿੱਚ ਡੁੱਬਣਾ ਸ਼ੁਰੂ ਹੋ ਗਿਆ। ਆਮੀਨ। ਉਹ ਪਾਣੀ ਦੇ ਵਿੱਚ ਡੁੱਬਣ ਲੱਗ ਗਿਆ ਅਤੇ ਫਿਰ
ਪਤਰਸ ਚੀਕਿਆ तब पतरस डर गया, घबरा गया डूबते हुए पानी के अंदर। ਅਤੇ ਕਹਿਣ ਲੱਗਾ प्रभु जी ਮੈਨੂੰ आज बचाओ। उसने डूबते डूबते ने प्रभु यीशु मसीह को आवाज देती है कि उसने क्या, प्रभु जी मैंने बचाओ। हाँ जी। ਯੀਸ਼ੂ ਨੇ ਉਸ ਨੂੰ ਆਪਣੇ ਹੱਥ ਨਾਲ ਚੁੱਕਿਆ यीशु मसीह ने अपना हाथ बढ़ा के उसको अपने हाथ नाल ऊपर चुक लिया ਅਤੇ ਆਖਿਆ और उसको डूबन तो बचाया और उसको आख्या ਤੇਰਾ ਵਿਸ਼ਵਾਸ ਘੱਟ ਹੈ, तेरा विश्वास घट है, ਤੂੰ ਸ਼ੱਕ किਉਂ ਕੀਤਾ। तू क्यों शक कीता है। ਜਦੋਂ ਉਹ ਬੇੜੀ ਤੇ ਚੜ ਗਏ ਜਦੋਂ ਉਹ ਪ੍ਰਭੂ ਯਿਸੂ ਮਸੀਹ ਫਿਰ ਉਹਨੂੰ ਨਾਲ ਲੈ ਕੇ ਤੁਰਦਾ ਪਾਣੀ ਉੱਤੇ ਆਇਆ ਤੇ ਦੋਨੇ ਪਾਣੀ ਦੇ ਵਿੱਚ ਬੈਠ ਕੇ ਉਹ ਕਿਸ਼ਤੀ ਵਿੱਚ ਬੈਠ ਗਏ ਤਾਂ ਪੌਣ ਥੰਮ ਗਿਆ। ਤਦ ਜਿਹੜੀ ਹਵਾ ਸੀ ਉਹ ਬਿਲਕੁਲ ਸ਼ਾਂਤ ਹੋ ਗਈ। ਆਮੀਨ ਆਮੀਨ ਹਾਲੇਲੂਇਆ ਹਾਲੇਲੂਇਆ। ਮੇਰੇ ਭੈਣ ਭਾਈਓ, ਅੱਜ ਦਾ ਇਹ ਮੈਸੇਜ, ਅੱਜ ਦਾ ਸੰਦੇਸ਼ ਤੁਹਾਡੇ ਲਈ ਆਪਣੇ ਕੰਨਾਂ ਨੂੰ ਖੋਲ ਕੇ ਰੱਖਣਾ, ਕਿਉਂਕਿ ਪਰਮੇਸ਼ਰ ਤੁਹਾਡੀ ਜ਼ਿੰਦਗੀ ਦੇ ਵਿੱਚ ਅੱਜ ਵੱਡੇ ਕੰਮਾਂ ਨੂੰ ਕਰਨ ਦੇ ਲਈ ਜਾ ਰਿਹਾ ਹੈ। ਆਮੀਨ। ਜਿਵੇਂ ਪਤਰਸ ਨੂੰ ਉਸਨੇ ਡੁੱਬਣ ਤੋਂ ਬਚਾਇਆ ਸੀ, ਉਵੇਂ ਪਰਮੇਸ਼ਰ ਅੱਜ ਤੁਹਾਡੇ ਜੀਵਨ ਦੇ ਹਰ ਉਸ ਹਿੱਸੇ ਨੂੰ ਜਿਹੜਾ ਡੁੱਬ ਰਿਹਾ ਹੈ ਆਪਣਾ ਹੱਥ ਵਧਾ ਕੇ ਉਸ ਨੂੰ ਡੁੱਬਣ ਤੋਂ ਬਚਾਏਗਾ। ਆਮੀਨ 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 ਹਾਲੇਲੂਇਆ 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 ਹਾਲੇਲੂਇਆ। ਆਪਣੇ ਜੀਵਨ ਦੇ ਵਿੱਚ ਝਾਤੀ ਮਾਰ ਕੇ ਦੇਖੀ, ਜਿਵੇਂ ਪਤਰਸ ਪਾਣੀ ਦੇ ਵਿੱਚ ਡੁੱਬ ਰਿਹਾ ਸੀ, ਕੀ ਸਾਡਾ ਵਿਸ਼ਵਾਸ ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਦੇ ਉੱਤੇ ਕਰ ਰਹੇ ਹਾਂ ਔਰ ਵਿਸ਼ਵਾਸ ਦੇ ਵਿੱਚ ਜੀਵਨ ਜੀ ਰਹੇ ਹਾਂ, ਤੇ ਵਿਸ਼ਵਾਸ ਦੇ ਵਿੱਚ ਚੱਲਦੇ ਵੀ ਕਈ ਵਾਰੀ ਸਾਨੂੰ ਜ਼ਿੰਦਗੀ ਦੇ ਉਹਨਾਂ ਹਾਲਾਤਾਂ ਦੇ ਵਿੱਚੋਂ ਦੀ ਗੁਜ਼ਰਨਾ ਪੈਂਦਾ ਹੈ, ਜਿਵੇਂ ਦੁੱਖ ਦਾ ਹਾਲਾਤ ਸਾਡੇ ਜੀਵਨ 'ਚ ਬਣ ਜਾਂਦਾ ਹੈ, ਬਿਮਾਰੀ ਦੇ ਹਾਲਾਤ ਸਾਡੇ ਜੀਵਨ 'ਚ ਬਣ ਜਾਂਦੇ ਨੇ, ਬੇਰੁਜ਼ਗਾਰੀ ਦੀਆਂ ਸਮੱਸਿਆਵਾਂ ਦੇ ਹਾਲਾਤ ਆ ਕੇ ਸਾਨੂੰ ਪਰੇਸ਼ਾਨ ਕਰਦੇ ਨੇ, ਔਰ ਕਈ ਵਾਰੀ ਅਸੀਂ ਇਕੱਲੇਪਨ ਦਾ ਅਹਿਸਾਸ ਆਪਣੇ ਜੀਵਨ ਦੇ ਵਿੱਚ ਕਰਦੇ ਹਾਂ ਔਰ ਅਸੀਂ ਆਪਣੇ ਵਿਸ਼ਵਾਸ ਤੋਂ ਡਗਮਗਾ ਜਾਂਦੇ ਹਾਂ, ਡੁੱਬਣਾ ਸ਼ੁਰੂ ਹੋ ਜਾਂਦੇ ਹਾਂ। ਇਸ ਸੰਸਾਰ ਦੇ ਵਿੱਚ ਅਸੀਂ ਡੁੱਬਣਾ ਸ਼ੁਰੂ ਕਰ ਦਿੰਦੇ ਹਾਂ। ਪਰ ਜੇਕਰ ਅਸੀਂ ਡੁੱਬਦੇ ਸਮੇਂ ਵੀ ਪਤਰਸ ਦੀ ਤਰ੍ਹਾਂ ਵਿਸ਼ਵਾਸ ਰੱਖੀਏ ਪ੍ਰਭੂ ਯਿਸੂ ਮਸੀਹ ਦੇ ਉੱਤੇ ਔਰ ਉਸ ਨੂੰ ਪੁਕਾਰ ਕੇ, हे ਪ੍ਰਭੂ ਮੈਨੂੰ ਡੁੱਬਣ ਤੋਂ ਬਚਾਓ, ਮੇਰੇ ਬਿਜ਼ਨਸ ਨੂੰ ਡੁੱਬਣ ਤੋਂ ਬਚਾਓ, ਮੇਰੀ ਨੌਕਰੀ ਨੂੰ ਡੁੱਬਣ ਤੋਂ ਬਚਾਓ, ਮੇਰੇ ਪਰਿਵਾਰ ਨੂੰ ਡੁੱਬਣ ਤੋਂ ਬਚਾਓ, ਮੇਰੇ ਬੱਚਿਆਂ ਨੂੰ ਡੁੱਬਣ ਤੋਂ ਬਚਾਓ, ਮੇਰਾ ਜੀਵਨ, ਮੇਰੀ ਜ਼ਿੰਦਗੀ ਬਿਮਾਰੀ ਵਿੱਚ, ਨਸ਼ਿਆਂ ਵਿੱਚ ਡੁੱਬਦੀ ਜਾ ਰਹੀ ਹੈ ਪਰਮੇਸ਼ਰ, ਇਸ ਨੂੰ ਡੁੱਬਣ ਤੋਂ ਬਚਾਓ। ਤਾਂ ਜੋ ਵੀ ਤੁਸੀਂ ਜਿਸ ਵੀ ਹਿੱਸੇ ਵਿੱਚ ਤੁਸੀਂ ਮਹਿਸੂਸ ਕਰਦੇ ਹੋ ਕਿ ਅਸੀਂ ਡੁੱਬ ਰਹੇ ਹਾਂ, ਤਾਂ ਜਦੋਂ ਤੁਸੀਂ ਪ੍ਰਭੂ ਨੂੰ ਪੁਕਾਰੋਗੇ ਤਾਂ ਪ੍ਰਭੂ ਆਪਣਾ ਹੱਥ ਵਧਾ ਕੇ ਤੁਹਾਨੂੰ ਬਚਾ ਲਵੇਗਾ। ਆਮੀਨ ਹਾਲੇਲੂਇਆ ਹਾਲੇਲੂਇਆ। ਕਿਉਂਕਿ ਬਾਈਬਲ 'ਚ ਲਿਖਿਆ ਕਿ ਉਹਦਾ ਹੱਥ ਛੋਟਾ ਨਹੀਂ ਕਿ ਤੁਹਾਨੂੰ ਬਚਾਏਗਾ। ਪ੍ਰਭੂ ਦਾ ਹੱਥ ਛੋਟਾ ਨਹੀਂ ਹੈ, ਉਹਦਾ ਹੱਥ ਬਹੁਤ ਲੰਬਾ ਹੈ। ਜਿੱਥੇ ਵੀ ਮਰਜੀ ਹੋਈ ਅਸੀਂ ਉੱਥੇ ਉਹਦਾ ਹੱਥ ਪਹੁੰਚ ਜਾਏਗਾ ਸਾਡੇ ਤੱਕ ਅਤੇ ਸਾਨੂੰ ਉਠਾ ਕੇ ਖੜਾ ਕਰ ਦੇਗਾ। ਆਮੀਨ ਹਾਲੇਲੂਇਆ ਹਾਲੇਲੂਇਆ। ਇਸ ਲਈ ਚਿੰਤਾ ਨਾ ਕਰੋ, ਘਬਰਾਓ ਨਾ, ਆਪਣਾ ਜੀਵਨ ਪ੍ਰਭੂ ਯਿਸੂ ਮਸੀਹ ਨੂੰ ਸਮਰਪਣ ਕਰੋ। ਹਾਲਾਤ ਜਿਵੇਂ ਦੇ ਮਰਜੀ ਬਣ ਗਏ ਨੇ, ਉਹਨਾਂ ਹਾਲਾਤਾਂ ਨੂੰ ਨਾ ਦੇਖੋ ਜਿਵੇਂ ਪਤਰਸ ਹਾਲਾਤਾਂ ਨੂੰ ਦੇਖ ਕੇ ਡੁੱਬਣਾ ਸ਼ੁਰੂ ਹੋ ਗਿਆ ਸੀ। ਕਈ ਵਾਰੀ ਸਾਡੇ ਜੀਵਨ ਦੇ ਵਿੱਚ ਵੀ ਹਾਲਾਤ ਇਸ ਤਰ੍ਹਾਂ ਦੇ ਬਣ ਜਾਂਦੇ ਨੇ ਅਤੇ ਉਹਨਾਂ ਹਾਲਾਤਾਂ ਨੂੰ ਅਸੀਂ ਦੇਖ ਕੇ ਮਹਿਸੂਸ ਕਰਦੇ ਹਾਂ ਕਿ ਸ਼ਾਇਦ ਹੁਣ ਅਸੀਂ ਬਚ ਨਹੀਂ ਪਾਵਾਂਗੇ, ਹੁਣ ਸਾਨੂੰ ਕੋਈ ਬਚਾ ਨਹੀਂ ਸਕੇਗਾ, ਸਾਨੂੰ ਇਸ ਡੁੱਬਣ ਤੋਂ ਕੋਈ ਬਚਾ ਨਹੀਂ ਸਕੇਗਾ, ਨਾਸ਼ ਹੋਣ ਤੋਂ ਕੋਈ ਬਚਾ ਨਹੀਂ ਸਕੇਗਾ। ਪਰ ਵਿਸ਼ਵਾਸ ਕਰੋ, ਇੱਕ ਹੈ ਜੋ ਸਾਨੂੰ ਡੁੱਬਣ ਤੋਂ ਤੇ ਨਾਸ਼ ਹੋਣ ਤੋਂ ਬਚਾ ਸਕਦਾ ਹੈ, ਉਹ ਰਾਜਿਆਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ, ਸਾਰੀ ਆਕਾਸ਼ ਅਤੇ ਧਰਤੀ ਦਾ ਸਿਰਜਣਹਾਰਾ, ਉਹਦਾ ਨਾਮ ਯਿਸੂ ਮਸੀਹ। ਆਮੀਨ ਹਾਲੇਲੂਇਆ ਹਾਲੇਲੂਇਆ। ਅਤੇ ਉਹ ਪਾਪੀਆਂ ਨੂੰ ਬਚਾਉਣ ਦੇ ਲਈ ਇਸ ਸੰਸਾਰ ਦੇ ਵਿੱਚ ਆਇਆ ਹੈ। ਆਮੀਨ ਆਮੀਨ ਹਾਲੇਲੂਇਆ 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 ਹਾਲੇਲੂਇਆ। ਉਹ ਪਤਰਸ ਤੇ ਡੁੱਬਦੇ ਨੇ ਵੀ ਆਵਾਜ਼ ਦੇ ਦਿੱਤੀ ਸੀ, ਪ੍ਰਭੂ ਮੈਨੂੰ ਬਚਾ ਲਓ। ਪਰ ਕਈ ਵਾਰੀ ਅਸੀਂ ਡੁੱਬ ਰਹੇ ਹੁੰਦੇ ਹਾਂ ਪਰ ਫਿਰ ਵੀ ਅਸੀਂ ਪੁਕਾਰਦੇ ਨਹੀਂ ਪਰਮੇਸ਼ਰ। ਅਸੀਂ ਉਦੋਂ ਕੋਸ਼ਿਸ਼ ਕਰਦੇ ਹਾਂ ਜਦੋਂ ਸਭ ਕੁਝ ਖਤਮ ਹੋ ਜਾਂਦਾ ਹੈ। तो बाइबल के अंदर ਅਸੀਂ ਦੇਖਾਂਗੇ ਰਾਜਿਆਂ ਦੀ ਦੂਸਰੀ ਕਿਤਾਬ ਉਹਦਾ 6ਵਾਂ ਬਾਬ ਉਹਦਾ 5ਵਾਂ ਵਚਨ ਪੜ੍ਹੀਏ ਤਾਂ ਦੂਜੀ ਜਗ੍ਹਾ ਤੇ ਉੱਥੇ ਲਿਖਿਆ ਹੈ ਕਿ ਅਦੀਆਂ ਉੱਪਰ ਦੀਆਂ ਤਾਂ ਪੜ੍ਹਨਾ ਨਹੀਂ, ਮੈਂ ਵੈਸੇ ਦੱਸ ਦੇਣਾ ਕਿ ਜਦੋਂ ਅਸੀਂ ਵਚਨ ਇਸ ਨੂੰ ਪੜ੍ਹਦੇ ਹਾਂ ਦੂਸਰੇ ਰਾਜੇ ਦੇ 6ਵੇਂ ਅਧਿਆਇ ਨੂੰ, ਤਾਂ ਇੱਥੇ ਅਲੀਸ਼ਾ ਨਬੀ ਦੇ ਬਾਰੇ ਜ਼ਿਕਰ ਆਇਆ ਹੈ। ਅਲੀਸ਼ਾ ਨਬੀ ਦੇ ਨਾਲ ਹੋਰ ਵੀ ਬਹੁਤ ਸਾਰੇ ਨਬੀ ਸਨ। ਤਾਂ ਇੱਕ ਦਿਨ ਉਹਨਾਂ ਨਬੀਆਂ ਨੇ ਅਲੀਸ਼ਾ ਨੂੰ ਬੋਲਿਆ ਕਿ ਮਹਾਰਾਜ ਅਸੀਂ ਜਿਸ ਜਗ੍ਹਾ ਦੇ ਉੱਤੇ ਰਹਿ ਰਹੇ ਹਾਂ, ਜਿਸ ਘਰ ਵਿੱਚ ਅਸੀਂ ਰਹਿ ਰਹੇ ਹਾਂ, ਉਹਦੀ ਛੱਤ ਛੋਟੀ ਆ, ਉਹ ਘਰ ਦੀ ਚਾਰ ਦੀਵਾਰੀ ਛੋਟੀ ਆ ਔਰ ਅਸੀਂ ਚਾਹੁੰਦੇ ਹਾਂ ਕਿ ਇਹਨੂੰ ਥੋੜਾ ਵੱਡਾ ਕੀਤਾ ਜਾਏ, ਇਹਨੂੰ ਖੁੱਲਾ ਕੀਤਾ ਜਾਏ। ਤਦ ਅਲੀਸ਼ਾ ਨੇ ਕਿਹਾ ਠੀਕ ਹੈ, ਤੁਸੀਂ ਜੰਗਲ ਵਿੱਚ ਜਾਓ, ਕੁਝ ਲੱਕੜਾਂ ਕੱਟ ਕੇ ਲਿਆਓ ਅਤੇ ਇਸ ਦਾ ਦਾਇਰਾ ਅਸੀਂ ਵੱਡਾ ਕਰ ਦਿੰਦੇ ਹਾਂ, ਇਹਨੂੰ ਵਧਾ ਲੈਂਦੇ ਹਾਂ ਅਸੀਂ। ਤਦ ਜਿਹੜੇ ਉਹ ਨਬੀ ਜਿਹੜੇ ਜਾ ਰਹੇ ਸੀ ਜੰਗਲ ਵਿੱਚ ਲੱਕੜਾਂ ਕੱਟਣ ਦੇ ਲਈ, ਉਹਨਾਂ ਵਿੱਚੋਂ ਇੱਕ ਨੇ ਅਲੀਸ਼ਾ ਨੂੰ ਕਿਹਾ ਕਿ ਤੁਸੀਂ ਵੀ ਸਾਡੇ ਨਾਲ ਚੱਲੋ।
ਔਰ ਅਸੀਂ ਤੁਹਾਨੂੰ ਆਪਣੇ ਨਾਲ ਲੈ ਕੇ ਜਾਵਾਂਗੇ। तो अलीशा अपनी गल मन के उन्होंने नाल चल पिया ते जदों वो एक दरिया के किनारे दरख्त कट रहे सन ते दरख्त कटदे जेड़ा एक नबी सी ओदे जेड़ा कुहाड़ा सी ओदा अगला फल जेड़ा वो पानी विच डिग जांदा है। पढ़ांगे 5 आयत को पढ़ांगे। पर जद अजिहा होया ਹਾਂਜੀ कि टाणा वटदियां एक दी कुहाड़ी दा फल पानी विच डिग पिया। ऐदा होया कि ਜਦੋਂ ਉਹ ਲੱਕੜਾਂ ਕੱਟ ਰਹੇ ਸੀ ਆਪਣੇ ਘਰ ਨੂੰ ਵੱਡਾ ਕਰਨ ਦੇ ਵਾਸਤੇ ਤਦ ਉਹਨਾਂ ਦਾ ਕੁਹਾੜਾ ਜਿਹੜਾ ਸੀ ਉਹ ਪਾਣੀ ਦੇ ਵਿੱਚ ਡਿੱਗ ਗਿਆ। ਟਾਹਣੀਆਂ ਕੱਢਦੇ ਪਾਣੀ ਵਿੱਚ ਡਿੱਗ ਗਿਆ। ਹਾਂਜੀ ਇਸ ਲਈ ਉਹਨੇ ਦੁਹਾਈ ਦਿੱਤੀ। ਇਸ ਕਰਕੇ ਉਸ ਬੰਦੇ ਨੇ ਜਿਹਦਾ ਕੁਹਾੜਾ ਡਿੱਗ ਗਿਆ ਸੀ ਪਾਣੀ ਦੇ ਅੰਦਰ ਉਹਨੇ ਦੁਹਾਈ ਦਿੱਤੀ ਕਿ ਹਾਏ ਮੇਰੇ ਸਵਾਮੀ ਜੀ, ਹਾਏ ਮੇਰੇ ਸਵਾਮੀ ਜੀ, ਉਹ ਤਾਂ ਮੈਂ ਮੰਗ ਕੇ ਲਿਆਂਦੀ ਸੀ। ਜਿਹੜੀ ਕੁਹਾੜੀ ਦੇ ਨਾਲ ਮੈਂ ਲੱਕੜਾਂ ਕੱਟਣ ਵਾਸਤੇ ਆਇਆ ਸਾਂ ਉਹ ਮੇਰੀ ਆਪਣੀ ਨਹੀਂ ਸੀ। ਮੈਂ ਕਿਸੇ ਕੋਲੋਂ ਉਧਾਰੀ ਮੰਗ ਕੇ ਲੈ ਕੇ ਆਇਆ ਸਾਂ, ਕਿਸੇ ਕੋਲੋਂ ਮੰਗਵੀ ਲੈਂਦੀ ਹੋਈ ਸੀ। ਤਾਂ ਪਰਮੇਸ਼ਵਰ ਦੇ ਜਨ ਨੇ ਆਖਿਆ, ਤਦ ਉਹ ਬੜਾ ਪਰੇਸ਼ਾਨ ਹੋਇਆ ਕਿ ਹੁਣ ਮੈਂ ਉਹਨੂੰ ਕੀ ਜਵਾਬ ਦੇਵਾਂਗਾ, ਕਿਉਂਕਿ ਪਹਿਲਾਂ ਹੀ ਮੇਰੇ ਜੀਵਨ ਦੇ ਵਿੱਚ ਸਮੱਸਿਆ ਔਰ ਹੁਣ ਜਦੋਂ ਕੁਹਾੜੀ ਜਿਹੜੀ ਮੰਗਵੀ ਲੈਂਦੀ ਗਈ ਸੀ ਉਹ ਵੀ ਡੁੱਬ ਗਈ ਹੈ ਪਾਣੀ ਦੇ ਅੰਦਰ, ਤਦ ਮੈਂ ਕਿਵੇਂ ਉਸ ਨੂੰ ਜਾ ਕੇ ਜਵਾਬ ਦੇ ਸਕਾਂਗਾ। ਇਸ ਲਈ ਉਸਨੇ ਉਸ ਆਪਣੇ ਨਬੀ ਦੇ ਅੱਗੇ ਪੁਕਾਰ ਕੇ ਕਿਹਾ ਮੇਰੀ ਮਦਦ ਕਰੋ, ਮੇਰੀ ਸਹਾਇਤਾ ਕਰੋ। ਤਦ ਨਬੀ ਅਲੀਸ਼ਾ ਨੇ ਉਸ ਸਮੇਂ ਇੱਕ ਵੱਡਾ ਚਮਤਕਾਰ ਉਸ ਜਗ੍ਹਾ ਉੱਤੇ ਪ੍ਰਭੂ ਦੇ ਨਾਮ ਵਿੱਚ ਕੀਤਾ ਸੀ। ਉਹ ਕੀ ਹੈ? ਤਦ ਪਰਮੇਸ਼ਵਰ ਦੇ ਜਨ ਨੇ ਆਖਿਆ, ਤਦ ਪਰਮੇਸ਼ਵਰ ਦਾ ਜਨ ਜਿਹੜਾ ਅਲੀਸ਼ਾ ਸੀ ਉਹਨੇ ਆਖਿਆ ਉਹ ਕਿੱਥੇ ਡਿੱਗਿਆ? ਮੈਨੂੰ ਦੱਸ ਕਿ ਉਹ ਜਿਹੜਾ ਫਲ ਤੇਰਾ ਪਹਾੜੀ ਦਾ ਹੈ ਉਹ ਕਿੱਥੇ ਕਿ ਡਿੱਗਿਆ ਹੈ। ਉਹਨੇ ਉਸ ਨੂੰ ਉਹ ਥਾਂ ਵਿਖਾਈ। ਤਦ ਉਸ ਨੂੰ ਚੇਤਾ ਸੀ, ਬੜੇ ਧਿਆਨ ਦੇ ਨਾਲ ਉਹਨੂੰ ਪਤਾ ਸੀ ਕਿ ਇਸ ਜਗ੍ਹਾ ਦੇ ਉੱਤੇ ਡਿੱਗਿਆ ਹੈ। ਉਹਨੇ ਉਹ ਜਗ੍ਹਾ ਉਸ ਨੂੰ ਦਿਖਾ ਦਿੱਤੀ ਅਤੇ ਉਸਨੇ ਲੱਕੜੀ ਦਾ ਇੱਕ ਡੰਡਾ ਵੱਢ ਕੇ ਉਸ ਥਾਂ ਪਾ ਦਿੱਤਾ। ਅਲੀਸ਼ਾ ਨਬੀ ਨੇ ਇੱਕ ਦਰਖਤ ਦੇ ਉੱਤੋਂ ਇੱਕ ਟਾਹਣੀ ਕੱਟੀ, ਇੱਕ ਲੱਕੜ ਦਾ ਟੁਕੜਾ ਕੱਟਿਆ ਅਤੇ ਉਸ ਲੱਕੜੀ ਨੂੰ ਉਸ ਪਾਣੀ ਦੇ ਵਿੱਚ ਸੁੱਟ ਦਿੱਤਾ ਜਿੱਥੇ ਉਹ ਪਹਾੜਾ ਡੁੱਬ ਗਿਆ ਸੀ। ਤਦ ਲੋਹਾ ਤੈਰਨ ਲੱਗ ਪਿਆ। ਤਦ ਉਸ ਲੱਕੜੀ ਦੇ ਨਾਲ ਉਹ ਲੋਹਾ ਤੈਰ ਕੇ ਉੱਪਰ ਆ ਗਿਆ, ਬਾਹਰ ਆ ਗਿਆ। ਉਸਨੇ ਆਖਿਆ, ਤਦ ਉਸ ਅਲੀਸ਼ਾ ਨਬੀ ਨੇ ਉਹਨੂੰ ਆਖਿਆ ਉਹਨੂੰ ਚੁੱਕ ਲੈ। ਆਪਣੇ ਲੋਹੇ ਨੂੰ ਚੁੱਕ ਲੈ ਜਿਹੜਾ ਡਿੱਗ ਗਿਆ ਹੈ। ਅਤੇ ਉਹਨੇ ਹੱਥ ਵਧਾ ਕੇ ਉਹਨੂੰ ਚੁੱਕ ਲਿਆ। ਉਹਨੇ ਆਪਣਾ ਹੱਥ ਵਧਾਇਆ ਤੇ ਉਸਨੇ ਆਪਣੀ ਕੁਹਾੜੀ ਨੂੰ ਉੱਥੋਂ ਚੁੱਕ ਲਿਆ। ਹਾਲੇਲੂਇਆ 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 ਹਾਲੇਲੂਇਆ। ਮੇਰੇ ਭੈਣ ਭਾਈ, ਅੱਜ ਦਾ ਇਹ ਮੈਸੇਜ, ਅੱਜ ਦਾ ਸੰਦੇਸ਼ ਹੈ ਕਿ ਕਈ ਵਾਰੀ ਅਸੀਂ ਆਪਣੇ ਬਿਜ਼ਨਸ ਨੂੰ ਵਧਾਉਣ ਵਾਸਤੇ, ਆਪਣਾ ਘਰ ਬਣਾਉਣ ਵਾਸਤੇ, ਆਪਣੀ ਨੌਕਰੀ ਪਾਉਣ ਵਾਸਤੇ ਜਾਂ ਕੋਈ ਆਪਣਾ ਵੱਡਾ ਕਾਰੋਬਾਰ ਕਰਨ ਵਾਸਤੇ ਜਾਂ ਆਪਣੀ ਬਿਮਾਰੀ ਦਾ ਇਲਾਜ ਕਰਨ ਵਾਸਤੇ ਦੂਸਰਿਆਂ ਦੇ ਕੋਲੋਂ ਪੈਸਾ ਲੈ ਲੈਂਦੇ ਆ, ਕਰਜ਼ ਲੈ ਲੈਂਦੇ ਆ ਔਰ ਅਸੀਂ ਮਹਿਸੂਸ ਕਰਦੇ ਆ ਕਿ ਸ਼ਾਇਦ ਇਹਦੇ ਨਾਲ ਅਸੀਂ ਆਪਣੇ ਘਰ ਨੂੰ ਵੱਡਾ ਕਰ ਲਵਾਂਗੇ। ਤਦ ਘਰ ਨੂੰ ਵੱਡਾ ਕਰਦੇ ਜੋ ਅਸੀਂ ਲਿਆ ਹੁੰਦਾ ਹੈ ਪੈਸਾ ਜਾਂ ਕਰਜ਼ ਕਿਸੇ ਕੋਲ ਲਿਆ ਹੁੰਦਾ ਹੈ ਉਹ ਵੀ ਡੁੱਬਣਾ ਸ਼ੁਰੂ ਹੋ ਜਾਂਦਾ ਹੈ ਅਤੇ ਉਹ ਜਦੋਂ ਡੁੱਬ ਜਾਂਦਾ ਹੈ ਬਿਲਕੁਲ ਤਦ ਅਸੀਂ ਘਬਰਾ ਜਾਂਦੇ ਆ। ਅੱਜ ਰੋਜ਼ ਅਸੀਂ ਕਿੰਨੀਆਂ ਘਟਨਾਵਾਂ ਦੇਖਦੇ ਆ, ਕਿੰਨੀਆਂ ਖਬਰਾਂ ਅਸੀਂ ਦੇਖਦੇ ਆ, ਕਿੰਨੇ ਲੋਕ ਕਰਜ਼ੇ ਤੋਂ ਤੰਗ ਆ ਕੇ ਆਤਮ ਹੱਤਿਆ ਕਰ ਲੈਂਦੇ ਨੇ। ਉਹਨਾਂ ਦਾ ਵਪਾਰ ਡੁੱਬ ਜਾਂਦਾ ਹੈ, ਉਹਨਾਂ ਦਾ ਪੈਸਾ ਡੁੱਬ ਜਾਂਦਾ ਹੈ, ਉਹਨਾਂ ਨੇ ਜੋ ਬੈਂਕ ਤੋਂ ਕਰਜ਼ਾ ਲਿਆ ਹੈ ਉਹ ਡੁੱਬ ਜਾਂਦਾ ਹੈ, ਉਹਨੂੰ ਉਤਾਰਨ ਦੇ ਲਈ ਪੈਸਾ ਨਹੀਂ ਉਹਨਾਂ ਦੇ ਕੋਲ। ਤਦ ਜਦੋਂ ਉਹ ਡੁੱਬ ਜਾਂਦਾ ਹੈ ਤਦ ਡੁੱਬਣ ਦੇ ਨਾਲ ਉਹ ਇੰਨੇ ਡਿਪਰੈਸ਼ਨ ਵਿੱਚ ਆ ਜਾਂਦੇ ਨੇ, ਇੰਨੇ ਪਰੇਸ਼ਾਨ ਹੋ ਜਾਂਦੇ ਨੇ ਕਿ ਉਹ ਸੋਚਦੇ ਕਿ ਅਸੀਂ ਆਪਣੇ ਜੀਵਨ ਨੂੰ ਖਤਮ ਕਰ ਲਈਏ, ਆਤਮ ਹੱਤਿਆ ਕਰ ਲਈਏ। तो कितने लोग को आत्महत्या करके अपने जीवन को खत्म कर लेंदे ने, मार लेंदे ने। पर धन्यवाद परमेश्वर पिता दा जेड़ा अपने वचन दे राही अज सानू हौसला दे रहा है, अज सानू तसल्ली दे रहा है। ਅਸੀਂ ਦੋ ਘਟਨਾਵਾਂ ਨੂੰ ਦੇਖਿਆ ਕਿਵੇਂ ਡੁੱਬਦੇ ਹੋਏ ਪਤਰਸ ਨੂੰ ਪ੍ਰਭੂ ਯਿਸੂ ਮਸੀਹ ਨੇ ਡੁੱਬਣ ਤੋਂ ਬਚਾਇਆ ਔਰ ਇੱਥੇ ਪੁਰਾਣੇ ਨੇਮ ਦੇ ਅੰਦਰ ਕਿਵੇਂ ਅਲੀਸ਼ਾ ਨਬੀ ਉਸ ਆਦਮੀ ਦੀ ਮਦਦ ਕਰਦਾ ਹੈ ਜਿਹਦਾ ਮੰਗਿਆ ਹੋਇਆ ਕੁਲਹਾੜਾ ਪਾਣੀ ਵਿੱਚ ਡੁੱਬ ਜਾਂਦਾ ਹੈ ਅਤੇ ਉਹਦੀ ਚਿੰਤਾ, ਉਹਦੀ ਪਰੇਸ਼ਾਨੀ ਤੋਂ ਮੁਕਤ ਕਰਦਾ, ਆਜ਼ਾਦ ਕਰਦਾ ਹੈ। ਇਸ ਲਈ ਚਿੰਤਾ ਨਾ ਕਰੋ। ਜੇਕਰ ਅਸੀਂ ਵੀ ਉਸ ਹਾਲਾਤਾਂ ਦੇ ਵਿੱਚੋਂ ਦੀ ਗੁਜ਼ਰ ਰਹੇ ਹਾਂ, ਸਾਡਾ ਵੀ ਪੈਸਾ ਡੁੱਬ ਰਿਹਾ ਹੈ, ਸਾਡਾ ਵਪਾਰ ਡੁੱਬ ਰਿਹਾ ਹੈ, ਸਾਡੀ ਨੌਕਰੀ ਡੁੱਬ ਰਹੀ ਹੈ, ਸਾਡਾ ਬਿਜ਼ਨਸ ਡੁੱਬ ਰਿਹਾ ਹੈ, ਜੋ ਅਸੀਂ ਕਰ ਰਹੇ ਹਾਂ ਉਹ ਡੁੱਬ ਰਿਹਾ ਹੈ, ਸਾਡੀ ਸਿਹਤ ਡੁੱਬ ਰਹੀ ਹੈ, ਦੂਸਰੇ ਕੋਲ ਲਿਆ ਗਿਆ ਕਰਜ਼ਾ ਸਾਡਾ ਡੁੱਬ ਰਿਹਾ ਸੀ, ਉਹ ਤਾਰੇ ਨਹੀਂ ਜਾ ਰਿਹਾ। ਤਾਂ ਅੱਜ ਅਸੀਂ ਜਿਵੇਂ ਉਸ ਨਬੀ ਨੇ ਅਲੀਸ਼ਾ ਨਬੀ ਨੂੰ ਕਿਹਾ ਸੀ ਮੇਰੀ ਮਦਦ ਕੀਤੀ ਜਾਏ, ਮੇਰੀ ਸਹਾਇਤਾ ਕੀਤੀ ਜਾਏ, ਤਾਂ ਅਲੀਸ਼ਾ ਨਬੀ ਨੇ ਉਸ ਸਮੇਂ ਜੋ ਕੰਮ ਕੀਤਾ ਸੀ ਕਿ ਇੱਕ ਦਰਖਤ ਦੀ ਟਹਿਣੀ ਤੋੜ ਕੇ ਉਹਨੇ ਉਸ ਨਦੀ ਦੇ ਵਿੱਚ ਉਸ ਹਿੱਸੇ ਵਿੱਚ ਪਾ ਦਿੱਤੀ ਸੀ ਜਿੱਥੇ ਉਹ ਡੁੱਬ ਰਿਹਾ ਸੀ, ਜਿੱਥੇ ਉਹ ਡੁੱਬ ਗਿਆ ਸੀ। तब उस लकड़ी के नाल वो कुहाड़ी जेडी सी वो ऊपर तर के आ गई सी। हालेलुया 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 हालेलुया। मेरे बहन भाइयों, जो लकड़ी अलीशा नबी ने उस पानी के अंदर सुटी है वो प्रभु यीशु मसीह की सलीब वाली लकड़ी का प्रतीक है।
ਉਹ ਪ੍ਰਭੂ ਯਿਸੂ ਮਸੀਹ ਦੀ ਸਲੀਬ ਨੂੰ ਦਰਸਾ ਰਹੀ ਹੈ। ਜੇਕਰ ਅੱਜ ਸਾਡੇ ਜੀਵਨ ਦੇ ਵਿੱਚ ਵੀ ਕੁਝ ਨਾਸ਼ ਹੋ ਰਿਹਾ ਹੈ, ਕੁਝ ਡੁੱਬ ਰਿਹਾ ਹੈ, ਤਦ ਪ੍ਰਭੂ ਯਿਸੂ ਮਸੀਹ ਦੀ ਸਲੀਬ ਦੇ ਅੰਦਰ ਇੰਨੀ ਪਾਵਰ ਹੈ, ਇੰਨੀ ਸ਼ਕਤੀ ਹੈ ਕਿ ਉਹ ਡੁੱਬੀਆਂ ਹੋਈਆਂ ਚੀਜ਼ਾਂ ਨੂੰ ਵੀ ਜੀਵਿਤ ਕਰ ਦੇਣ ਵਾਲੀ ਹੈ। ਆਮੀਨ, ਹਾਲੇਲੂਇਆ, ਹਾਲੇਲੂਇਆ। ਇਸ ਲਈ ਪ੍ਰਭੂ ਯਿਸੂ ਮਸੀਹ ਦੀ ਸਲੀਬ ਨੂੰ ਦੇਖੋ, ਪ੍ਰਭੂ ਯਿਸੂ ਮਸੀਹ ਦੀ ਸਲੀਬ ਵੱਲ ਆਪਣਾ ਧਿਆਨ ਕਰੋ, ਕਿਉਂਕਿ ਉਸ ਸਲੀਬ ਦੇ ਉੱਤੇ ਪ੍ਰਭੂ ਯਿਸੂ ਨੇ ਮੇਰੇ ਤੁਹਾਡੇ ਤੇ ਪੂਰੀ ਦੁਨੀਆ ਦੇ ਪਾਪਾਂ ਦੇ ਲਈ ਪ੍ਰਾਚਿਤ ਕੀਤਾ। ਮੇਰੇ ਤੁਹਾਡੇ ਅਤੇ ਪੂਰੀ ਦੁਨੀਆ ਦੇ ਪਾਪਾਂ ਦੇ ਲਈ ਉਹਨੇ ਆਪਣੀ ਜਾਨ ਉਸ ਕਰੂਸ ਦੇ ਉੱਤੇ ਸਲੀਬ ਦੇ ਉੱਤੇ ਬਲੀਦਾਨ ਕੀਤੀ ਹੈ। ਅਤੇ ਉਸ ਸਲੀਬ ਦੀ ਲੱਕੜੀ ਦੇ ਅੰਦਰ ਪਾਵਰ ਹੈ, ਉਹਦੇ ਅੰਦਰ ਸ਼ਕਤੀ ਹੈ, ਉਹਦੇ ਅੰਦਰ ਸਮਰਥ ਹੈ ਕਿ ਉਹ ਸਾਡੀਆਂ ਖੋਈਆਂ ਹੋਈਆਂ ਡੁੱਬੀਆਂ ਹੋਈਆਂ ਚੀਜ਼ਾਂ ਨੂੰ ਵੀ ਸਾਨੂੰ ਵਾਪਸ ਦਿਲਾ ਦੇਣ ਦੀ ਤਾਕਤ ਰੱਖ ਲੈਂਦੀ ਹੈ। ਆਮੀਨ, ਆਮੀਨ, ਹਾਲੇਲੂਇਆ, 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 ਹਾਲੇਲੂਇਆ। ਬਹੁਤ ਸਮੇਂ ਪਹਿਲੇ ਦੀ ਗੱਲ ਹੈ, ਇੱਕ ਭੈਣ ਸਾਡੇ ਕੋਲ ਆਈ ਪ੍ਰਾਰਥਨਾ ਦੇ ਲਈ। ਉਸ ਭੈਣ ਦਾ ਬੇਟਾ ਬਚਪਨ ਵਿੱਚ ਕੋਈ 7-8 ਸਾਲ ਦਾ ਜਾਂ ਉਸ ਤੋਂ ਉੱਪਰ ਹੋਏਗਾ, ਉਹਨੂੰ ਕੋਈ ਚੁੱਕ ਕੇ ਲੈ ਗਿਆ ਔਰ ਉਹ ਬੇਟਾ ਗਵਾਚ ਗਿਆ। ਕਈ ਸਾਲ ਤੱਕ ਉਹ ਬੇਟਾ ਜਿਹੜਾ ਸੀ ਉਹ ਗਵਾਚਿਆ ਰਿਹਾ, ਉਹ ਨਹੀਂ ਲੱਭਿਆ। ਉਹ ਭੈਣ ਬੜੀ ਪਰੇਸ਼ਾਨ ਸੀ। ਉਹਨਾਂ ਦੇ ਪਰਿਵਾਰ ਦੇ ਲੋਕਾਂ ਨੇ ਉਮੀਦ ਲਾ ਦਿੱਤੀ ਸੀ ਕਿ ਉਹ ਹੁਣ ਸ਼ਾਇਦ ਨਹੀਂ ਆਏਗਾ ਜਾਂ ਕਿਸੇ ਨੇ ਮਾਰ ਦਿੱਤਾ, ਕੁਝ ਹੋ ਗਿਆ ਉਹਦੇ ਨਾਲ, ਪਤਾ ਨਹੀਂ ਕੀ ਹੋਇਆ। ਪਰ ਜਦੋਂ ਉਹ ਪ੍ਰਾਰਥਨਾ ਦੇ ਵਿੱਚ ਆਈ ਤਾਂ ਉਸਨੇ ਬੜੇ ਧਿਆਨ ਦੇ ਨਾਲ ਪਰਮੇਸ਼ਰ ਦੇ ਵਚਨ ਨੂੰ ਸੁਣਿਆ ਔਰ ਉਸਨੇ ਵਚਨ ਨੂੰ ਵਿਸ਼ਵਾਸ ਦੇ ਨਾਲ ਰਿਸੀਵ ਕੀਤਾ ਕਿ ਜਿਹੜੇ ਲੋਕ ਪ੍ਰਭੂ ਯਿਸੂ ਮਸੀਹ ਦੀ ਸਲੀਬ ਉੱਤੇ ਵਿਚਾਰ ਕਰਦੇ ਨੇ, ਵਿਸ਼ਵਾਸ ਕਰਦੇ ਨੇ, ਉਹ ਡੁੱਬੇ ਹੋਏ ਲੋਕਾਂ ਨੂੰ ਫਿਰ ਦੁਬਾਰਾ ਉਠਾ ਕੇ ਖੜਾ ਕਰ ਦੇਣਗੇ। ਆਮੀਨ, ਹਾਲੇਲੂਇਆ, ਹਾਲੇਲੂਇਆ। ਤਦ ਉਸ ਬੇਟੀ ਦੇ ਅੰਦਰ ਇੱਕ ਨਵਾਂ ਵਿਸ਼ਵਾਸ ਨੇ ਉਤਪਨ ਹੋਇਆ, ਨਵਾਂ ਵਿਸ਼ਵਾਸ ਜਾਗਿਆ। ਤਦ ਉਸਨੇ ਉਸ ਦਿਨ ਦੀ ਬੰਦਗੀ ਤੋਂ ਬਾਅਦ, ਜਦੋਂ ਉਹਦੇ ਬੇਟੇ ਦਾ ਜਨਮ ਦਿਨ ਹੁੰਦਾ ਸੀ, ਹਰ ਜਨਮ ਦਿਨ ਉੱਤੇ ਉਹਨੇ ਆਪਣੇ ਘਰ ਇਬਾਦਤ ਕਰਾਣੀ ਸ਼ੁਰੂ ਕਰ ਦਿੱਤੀ, ਆਪਣੇ ਘਰ ਵਿੱਚ ਬੰਦਗੀ ਕਰਨੀ ਸ਼ੁਰੂ ਕਰ ਦਿੱਤੀ, ਉਹਦੇ ਨਾਂ ਦਾ ਕੇਕ ਕੱਟਣਾ ਸ਼ੁਰੂ ਕਰ ਦਿੱਤਾ ਔਰ ਪ੍ਰਭੂ ਦੇ ਦਾਸਾਂ ਨੂੰ ਖਾਣਾ ਖਵਾਉਣਾ ਸ਼ੁਰੂ ਕਰ ਦਿੱਤਾ। ਅਜੇ ਥੋੜੇ ਸਾਲ ਹੀ ਉਹਦੇ ਜਨਮ ਦਿਨ ਮਨਾਉਂਦੇ ਹੋਏ ਕਿ ਜਦੋਂ ਅਗਲਾ ਜਨਮ ਦਿਨ ਉਹਦਾ ਆਉਣਾ ਸੀ, ਉਸ ਸਾਲ, ਉਸ ਜਨਮ ਦਿਨ ਤੋਂ ਪਹਿਲਾਂ ਪਰਮੇਸ਼ਰ ਨੇ ਉਹਦੇ ਬੇਟੇ ਨੂੰ ਦੁਬਾਰਾ ਵਾਪਸ ਆਉਣ ਦੀ ਸਮਰੱਥਾ ਦੇ ਦਿੱਤੀ। ਆਮੀਨ। ਔਰ ਉਹ ਜੀਵਤ ਵਾਪਸ ਆਪਣੇ ਘਰ ਵਿੱਚ ਆ ਗਿਆ। ਆਮੀਨ, ਹਾਲੇਲੂਇਆ, ਹਾਲੇਲੂਇਆ। ਮੈਂ ਤੁਹਾਨੂੰ ਸੱਚ ਕਹਿੰਦਾ, ਜਦੋਂ ਸਾਡੀ ਆਸ, ਸਾਡੀ ਉਮੀਦ ਖਤਮ ਹੋ ਜਾਂਦੀ ਹੈ, ਜਦੋਂ ਅਸੀਂ ਸੋਚਦੇ ਹਾਂ ਕੁਝ ਨਹੀਂ ਹੋ ਸਕਦਾ, ਜੇਕਰ ਅਸੀਂ ਪ੍ਰਭੂ ਦੇ ਉੱਤੇ ਵਿਸ਼ਵਾਸ ਰੱਖ ਕੇ, ਭਰੋਸਾ ਰੱਖ ਕੇ ਅਸੀਂ ਉਹਦੇ ਅਨੁਸਾਰ ਕੰਮ ਕਰਨੇ ਸ਼ੁਰੂ ਕਰ ਦਈਏ, ਚਮਤਕਾਰ ਸਾਡੇ ਜੀਵਨ 'ਚ ਹੋਣੇ ਸ਼ੁਰੂ ਹੋ ਜਾਣ। ਆਮੀਨ, ਹਾਲੇਲੂਇਆ, ਹਾਲੇਲੂਇਆ। ਅਸੀਂ ਸੋਚਦੇ ਹਾਂ ਕਿ ਖਾਲੀ ਵਿਸ਼ਵਾਸ ਕਰ ਲੈਣ ਦੇ ਨਾਲ ਸਾਡੇ ਜੀਵਨ ਦੇ ਵਿੱਚ ਚਮਤਕਾਰ ਹੋਏਗਾ। ਖਾਲੀ ਵਿਸ਼ਵਾਸ ਨਹੀਂ, ਵਿਸ਼ਵਾਸ ਦੇ ਨਾਲ ਸਾਨੂੰ ਕਰਮ ਕਰਨਾ ਪਏਗਾ, ਕਿਉਂਕਿ ਬਾਈਬਲ ਦੇ ਅੰਦਰ ਲਿਖਿਆ, ਯਾਕੂਬ ਦੀ ਪੱਤਰੀ ਦੇ ਅੰਦਰ, ਬਿਨਾਂ ਕਰਮ ਦੇ ਵਿਸ਼ਵਾਸ ਮੁਰਦਾ ਹੈ, ਤੇ ਬਿਨਾਂ ਕਰਮ ਦੇ ਵਿਸ਼ਵਾਸ ਮੁਰਦਾ ਹੈ, ਤੇ ਬਿਨਾਂ ਵਿਸ਼ਵਾਸ ਦੇ ਕਰਮ ਮੁਰਦਾ ਹੈ। ਦੋਨੇ ਚੀਜ਼ਾਂ ਨੂੰ ਅਸੀਂ ਤੋਂ ਮਿਲਾ ਕੇ ਚੱਲਦੇ ਹਾਂ ਤਾਂ ਪਰਮੇਸ਼ਰ ਦੇ ਚਮਤਕਾਰ ਸਾਡੇ ਜੀਵਨ 'ਚ ਹੁੰਦੇ ਸ਼ੁਰੂ ਹੋ ਜਾਂਦੇ। ਆਮੀਨ, ਆਮੀਨ, ਹਾਲੇਲੂਇਆ, ਹਾਲੇਲੂਇਆ। ਕਈ ਵਾਰੀ ਅਸੀਂ ਵਿਸ਼ਵਾਸ ਕਰਨੇ ਆ ਪ੍ਰਭੂ ਯਿਸੂ ਮਸੀਹ ਦੇ ਉੱਤੇ, ਉਹਦੇ ਵਚਨ ਦੇ ਉੱਤੇ ਵਿਸ਼ਵਾਸ ਕਰਨੇ ਆ, ਪਰ ਸਾਡੇ ਕਰਮ ਉਸ ਵਿਸ਼ਵਾਸ ਦੇ ਉਲਟ ਹੁੰਦੇ ਨੇ, ਉਸ ਵਿਸ਼ਵਾਸ ਦੇ ਖਿਲਾਫ ਹੁੰਦੇ ਨੇ। ਜਦੋਂ ਸਾਡੇ ਕਰਮ ਉਸ ਵਿਸ਼ਵਾਸ ਦੇ ਖਿਲਾਫ ਹੋਣਗੇ, ਫਿਰ ਪ੍ਰਭੂ ਸਾਡੇ ਜੀਵਨ 'ਚ ਕੋਈ ਚਮਤਕਾਰ ਨਹੀਂ ਦਿਖਾਏਗਾ। ਹਾਲੇਲੂਇਆ, ਹਾਲੇਲੂਇਆ। ਇਸ ਲਈ ਪ੍ਰਭੂ ਯਿਸੂ ਮਸੀਹ ਕਹਿੰਦੇ, ਜੋ ਕੁਝ ਤੁਸੀਂ ਪ੍ਰਾਰਥਨਾ 'ਚ ਮੰਗਦੇ ਹੋ, ਵਿਸ਼ਵਾਸ ਕਰੋ ਤੁਹਾਨੂੰ ਮਿਲ ਗਿਆ। ਆਮੀਨ। ਵਿਸ਼ਵਾਸ ਕਰੋ ਤੁਹਾਨੂੰ ਮਿਲ ਗਿਆ ਤੇ ਸੱਚਮੁੱਚ ਤੁਹਾਨੂੰ ਮਿਲ ਜਾਏਗਾ। ਆਮੀਨ। ਮਤਲਬ ਜੋ ਪ੍ਰਾਰਥਨਾ ਕੀਤੀ ਹੈ ਤੇ ਉਹਨੂੰ ਆਪਣੇ ਵਿਸ਼ਵਾਸ ਦੇ ਰਾਹੀਂ, ਆਪਣੇ ਕੰਮਾਂ ਦੇ ਦੁਆਰਾ ਪ੍ਰਗਟ ਕਰਨਾ ਪੈਂਦਾ ਹੈ ਕਿ ਉਹ ਸਾਨੂੰ ਮਿਲ ਚੁੱਕਿਆ ਹੈ। ਆਮੀਨ, ਹਾਲੇਲੂਇਆ, ਹਾਲੇਲੂਇਆ। ਇੱਕ ਵਾਰੀ ਇੱਕ ਭੈਣ ਪ੍ਰਾਰਥਨਾ ਬੰਦਗੀ ਵਿੱਚ ਆਈ, ਉਹਦੇ ਕੋਲ ਬੱਚਾ ਨਹੀਂ ਸੀ ਤੇ ਉਹਨੂੰ ਕਿਸੇ ਨੇ ਦੱਸਿਆ ਕਿ ਤੂੰ ਪ੍ਰਾਰਥਨਾ ਵਿੱਚ ਜਾ ਤੇ ਤੈਨੂੰ ਪਰਮੇਸ਼ਰ ਅਨੁਗ੍ਰਹ ਕਰੇਗਾ, ਕਿਰਪਾ ਕਰੇਗਾ ਔਰ ਤੇਰੇ ਘਰ ਬੱਚੇ ਦੀ ਆਸ਼ੀਸ਼ ਆਏਗੀ। ਹਾਲੇਲੂਇਆ, ਹਾਲੇਲੂਇਆ। ਉਹਨੇ ਸੰਡੇ ਨੂੰ ਪ੍ਰਾਰਥਨਾ ਵਿੱਚ ਆਉਣਾ ਸ਼ੁਰੂ ਕਰ ਦਿੱਤਾ ਔਰ ਉਹ ਆ ਕੇ ਉਹਨੇ ਪ੍ਰਭੂ ਦੀ ਤਾਰੀਫ ਕਰਨੀ, ਤਾਲੀਆਂ ਵਜਾਣੀਆਂ, ਮਹਿਮਾ ਕਰਨੀ ਪਰਮੇਸ਼ਰ। ਪਰ ਉਸ ਤੋਂ ਪਹਿਲਾਂ ਜਦੋਂ ਕਿ ਉਹ ਵਿਸ਼ਵਾਸ ਵਿੱਚ ਨਹੀਂ ਸੀ ਤੇ ਉਹ ਕਿਸੇ ਦੁੰਬੀ ਸ਼ਾਹ ਦੀ ਪੂਜਾ ਕਰਦੀ ਸੀ। ਹਾਲੇਲੂਇਆ, ਹਾਲੇਲੂਇਆ। ਉਹਦੀ ਜਗ੍ਹਾ ਦੇ ਉੱਤੇ ਜਾ ਕੇ ਉਹਨੇ ਕਰਨਾ, ਸਾਫ ਸਫਾਈਆਂ ਕਰਨੀਆਂ, ਮੱਥਾ ਟੇਕਣਾ, तो वो कब्रां की पूजा करती सी। दो तीन ऐतवार आई तो जिहड़ी भैन ओनू लैके आई सी प्रार्थना दे अंदर, उन्हें ओनू देख लिया कि वो वीरवार फिर उत्थे जाके झाड़ा पोछा करन दी, तो बत्ती जगाण दी, लड्डू जगाण दी उस जगह ते। तद वो भैन बड़ी हैरान हुई, उन्हें कहा भैन तू तो हुण विश्वास में आ गई है, तू तो हुण प्रार्थना में जानी है, तो तेनू इस तरह का काम नहीं करना चाहिए, तेनू प्रभु दे उत्ते विश्वास रखना चाहिए।
हालेलुया। उस बेटी ने को जवाब दिता, कहती कि मैनू 3-4 ਐਤਵਾਰ हो गए ने मैं प्रार्थना ਵਿੱਚ गई हां पर ਮੈਨੂੰ कुछ फायदा नहीं होया, ਮੈਨੂੰ कुछ फर्क नहीं पिया। ਤੇ ਇਸ ਲਈ ਮੈਂ ਸੋਚਿਆ ਕਿ ਪਹਿਲਾਂ ਪ੍ਰਾਰਥਨਾ ਤੋਂ ਬੇਟਾ ਜਾਂ ਬੱਚਾ ਹੋਣਾ ਵਾ ਕਿ ਨਹੀਂ ਹੋਣਾ, ਤੇ ਮੈਂ ਦੁੱਖੀ ਸ਼ਾਹ ਨੂੰ ਨਾਰਾਜ਼ ਕਦੇ ਨਹੀਂ ਕਰਨਾ, ਉਹਨੂੰ ਵੀ ਨਾਲ ਨਾਲ ਹੀ ਖੁਸ਼ ਕਰੀ ਜਾਣਾ। ਹਾਲੇਲੂਇਆ। ਪਰ ਕਈ ਵਾਰੀ ਸਾਡਾ ਵਿਸ਼ਵਾਸ ਇਵੇਂ ਦਾ ਹੁੰਦਾ ਹੈ ਕਿ ਅਸੀਂ ਪੁਰਾਣੇ ਜੀਵਨ 'ਚ ਵੀ, ਪੁਰਾਣੀ ਜ਼ਿੰਦਗੀ ਵਿੱਚ ਵੀ ਅਸੀਂ ਚੱਲਣਾ ਚਾਹੁੰਦੇ ਹਾਂ ਔਰ ਅਸੀਂ ਵਿਸ਼ਵਾਸ ਦਾ ਪ੍ਰਗਟਾਵਾ ਵੀ ਕਰਨਾ ਚਾਹੁੰਦੇ ਹਾਂ ਕਿ ਅਸੀਂ ਵਿਸ਼ਵਾਸ ਦੇ ਅੰਦਰ। ਇਸ ਲਈ ਮੇਰੇ ਭੈਣ ਭਾਈਓ, ਜੇਕਰ ਅਸੀਂ ਵਿਸ਼ਵਾਸ ਦਾ ਜੀਵਨ ਜੀ ਰਹੇ ਹਾਂ ਤਾਂ ਫਿਰ ਵਿਸ਼ਵਾਸ ਦੇ ਅਨੁਸਾਰ ਸਾਨੂੰ ਕੰਮ ਕਰਨੇ ਪੈਣਗੇ। ਸਾਨੂੰ ਡਬਲ ਜੀਵਨ ਨਹੀਂ ਜੀਣਾ ਪਏਗਾ। ਜੇਕਰ ਅਸੀਂ ਡਬਲ ਜ਼ਿੰਦਗੀ ਜੀਨੇ ਹਾਂ ਕਿ ਅਸੀਂ ਜਦੋਂ ਚਰਚ ਵਿੱਚ ਆਉਂਦੇ ਹਾਂ, ਪ੍ਰਾਰਥਨਾ ਵਿੱਚ ਆਉਂਦੇ ਹਾਂ, ਉਦੋਂ ਅਸੀਂ ਕੁਝ ਹੋਰ ਤਰ੍ਹਾਂ ਦੇ ਹੁੰਦੇ ਹਾਂ, ਪਰ ਜਦੋਂ ਪ੍ਰਾਰਥਨਾ ਤੋਂ ਬਾਹਰ ਜਾਂਦੇ ਹਾਂ ਉਦੋਂ ਸਾਡਾ ਜੀਵਨ ਕੁਝ ਹੋਰ ਹੋ ਜਾਂਦਾ ਹੈ। ਜੇਕਰ ਅਸੀਂ ਡਬਲ ਜੀਵਨ ਜੀ ਰਹੇ ਹਾਂ, ਡਬਲ ਜ਼ਿੰਦਗੀ ਜੀ ਰਹੇ ਹਾਂ ਤਾਂ ਫਿਰ ਪ੍ਰਭੂ ਦੀ ਬਲੇਸਿੰਗ ਸਾਡੇ ਜੀਵਨ 'ਚ ਨਹੀਂ ਆ ਸਕਦੀ। ਜੋ ਕੁਝ ਅਸੀਂ ਪ੍ਰਾਰਥਨਾ ਦੇ ਵਿੱਚ ਹਾਂ, ਪ੍ਰਾਰਥਨਾ ਭਵਨ ਦੇ ਅੰਦਰ, ਸੰਗਤੀ ਦੇ ਵਿੱਚ ਹਾਂ, ਇਵੇਂ ਦੇ ਹੀ ਅਸੀਂ ਬਾਹਰ ਵੀ ਜਾ ਕੇ ਵਿਵਹਾਰ ਕਰਨਾ ਹੈ, ਇਵੇਂ ਦਾ ਪ੍ਰਗਟਾਵਾ ਬਾਹਰ ਵੀ ਕਰਨਾ ਹੈ, ਇਵੇਂ ਦੀ ਜ਼ਿੰਦਗੀ ਬਾਹਰ ਵੀ ਜੀਣੀ। ਇਹ ਨਾ ਸੋਚੋ ਕਿ ਸਾਨੂੰ ਕੋਈ ਦੇਖ ਰਿਹਾ ਤੇ ਫਿਰ ਅਸੀਂ ਉਹਨੂੰ ਛੁਪਾਉਣ ਵਾਸਤੇ ਜਾਂ ਉਹਦੇ ਤੋਂ ਲੁਕਣ ਵਾਸਤੇ ਅਸੀਂ ਪ੍ਰਾਰਥਨਾ ਕਰਨੀ ਹੈ ਜਾਂ ਉਹ ਕੰਮ ਕਰਨੇ ਨੇ। ਤੁਹਾਨੂੰ ਕੋਈ ਨਹੀਂ ਦੇਖ ਰਿਹਾ, ਪਰ ਯਾਦ ਰੱਖੋ ਤੁਹਾਨੂੰ ਪਰਮੇਸ਼ਰ ਦੇਖ ਰਿਹਾ। ਆਮੀਨ। ਆਮੀਨ। ਉਹਦੀ ਨਿਗਾਹ ਹਰ ਸਮੇਂ ਸਾਨੂੰ ਦੇਖਦੀ ਰਹਿੰਦੀ ਹੈ। ਆਪਣਾ ਵਿਵਹਾਰ, ਆਪਣਾ ਚਾਲ ਚਲਣ, ਆਪਣਾ ਚਰਿੱਤਰ ਇਸ ਤਰ੍ਹਾਂ ਦਾ ਰੱਖਣਾ ਹੈ ਕਿ ਹਰ ਸਮੇਂ ਪਰਮੇਸ਼ਰ ਸਾਨੂੰ ਦੇਖਦਾ ਹੈ। ਉਹਦੀ ਹਜ਼ੂਰੀ ਸਾਨੂੰ ਤੱਕਦੀ ਰਹਿੰਦੀ ਹੈ, ਦੇਖਦੀ ਰਹਿੰਦੀ ਹੈ। ਹਾਲੇਲੂਇਆ। 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 तो कई बारी बहुत सारे ਭੈਣ ਭਾਈ ਜਿਹੜੇ ਵਿਸ਼ਵਾਸ ਵਿੱਚ ਨੇ ਉਹ ਮੈਨੂੰ ਆ ਕੇ ਪੁੱਛਦੇ ਆ ਕਿ ਸਾਨੂੰ ਲੰਗਰ ਖਾਣਾ ਚਾਹੀਦਾ ਵਾ ਕਿ ਨਹੀਂ ਖਾਣਾ ਚਾਹੀਦਾ। ਜਦੋਂ ਕਿਤੇ ਬਾਹਰ ਲੰਗਰ ਲਗਾ ਹੋਵੇ ਤਾਂ ਸਾਨੂੰ ਖਾ ਲੈਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ। ਹਾਲੇਲੂਇਆ। तो ਪਹਿਲਾਂ ਜਿਹੜਾ ਲੰਗਰ ਸ਼ਬਦ ਵਾ ਉਹਦਾ ਜਿਹੜਾ ਅਰਥ ਹੈ ਉਹਨੂੰ ਚੰਗੀ ਤਰ੍ਹਾਂ ਸਮਝ ਲਿਓ, ਫਿਰ ਤੁਹਾਨੂੰ ਪਤਾ ਲੱਗ ਜਾਏਗਾ ਆਪਣੇ ਆਪ ਵੀ ਉਹਨੂੰ ਖਾਣਾ ਚਾਹੀਦਾ ਵਾ ਕਿ ਨਹੀਂ ਖਾਣਾ ਚਾਹੀਦਾ। ਹਾਲੇਲੂਇਆ। तो ਲੰਗਰ ਸ਼ਬਦ ਜਿਹੜਾ ਹੈ ਇਹ 3 ਸ਼ਬਦਾਂ ਤੋਂ ਬਣਿਆ। ਕਿੰਨੇ ਸ਼ਬਦ ਨੇ ਇਹਦੇ ਵਿੱਚ? ਪਹਿਲਾ ਕਿਹੜਾ ਹੈ? ਲੱਲਾ, ਫਿਰ ਦੂਸਰਾ ਗੱਗਾ ਔਰ ਤੀਸਰਾ ਰਾਰਾ। ਹਾਲੇਲੂਇਆ। तो ਜਦੋਂ ਇਹ ਲੰਗਰ ਪ੍ਰਥਾ ਚੱਲੀ ਸੀ, ਲੰਗਰ ਪ੍ਰਥਾ ਨੂੰ ਚਲਾਇਆ ਗਿਆ ਸੀ ਤੇ ਇਹਦਾ ਚਲਾਉਣ ਦਾ ਮਕਸਦ ਸੀ, ਇੱਕ ਮਤਲਬ ਸੀ ਕਿ ਇਹ ਕਿਉਂ ਚਲਾਇਆ ਗਿਆ। तो ਇਹਨੂੰ 3 ਸ਼ਬਦ ਇਸ ਕਰਕੇ ਲਾਏ ਗਏ। ਲੱਲੇ ਦਾ ਮਤਲਬ ਹੈ ਕਿ ਇਹ ਲੁੱਲੇ ਲੰਗੜੇ ਲੋਕਾਂ ਦੇ ਵਾਸਤੇ ਹੁੰਦਾ ਹੈ ਲੰਗਰ। ਹਾਲੇਲੂਇਆ। ਕਿਹਨਾਂ ਦੇ ਵਾਸਤੇ ਹੈ? ਲੁੱਲੇ ਲੰਗੜੇ ਜਿਹੜੇ ਅਪਾਹਜ ਲੋਕ ਨੇ ਉਹਨਾਂ ਦੇ ਲਈ ਲੰਗਰ ਹੈ। ਮਤਲਬ ਉਹ ਆਪ ਨਹੀਂ ਬਣਾ ਸਕਦੇ ਜਾਂ ਉਹਨਾਂ ਨੂੰ ਸੁਵਿਧਾ ਨਹੀਂ ਹੁੰਦੀ ਤੇ ਉਹਨਾਂ ਦੇ ਲਈ ਧਾਰਮਿਕ ਸਥਾਨਾਂ ਦੇ ਉੱਤੇ ਇਹ ਲਗਾਇਆ ਦਾ ਇੰਤਜ਼ਾਮ ਕੀਤਾ ਜਾਂਦਾ। ਗੰਗਾ ਗਰੀਬ ਲੋਕਾਂ ਦੇ ਵਾਸਤੇ। ਕਿਹਨਾਂ ਦੇ ਵਾਸਤੇ? ਗਰੀਬ ਲੋਕ ਜਿਨ੍ਹਾਂ ਦੇ ਕੋਲ ਪੇਟ ਭਰ ਕੇ ਖਾਣਾ ਨਹੀਂ ਮਿਲਦਾ ਤੇ ਉਹਨਾਂ ਦੇ ਲਈ ਲੰਗਰ ਲਗਾਇਆ ਜਾਂਦਾ ਕਿ ਉਹ ਵੀ ਪੇਟ ਭਰ ਕੇ ਖਾ ਲੈਣ। तो रारा तीसरा ਜਿਹੜਾ ਸ਼ਬਦ ਹੈ ਉਹ ਰਾਰਾ। ਰਾਰੇ ਦਾ ਮਤਲਬ ਹੈ ਰਾਈਆਂ ਮੁਸਾਫਰਾਂ ਦੇ ਵਾਸਤੇ, ਜਿਹੜੇ ਰਾਹਗੀਰ ਲੋਕ ਨੇ, ਜਿਹੜੇ ਰਾਹਾਂ ਵਿੱਚ ਜਾਂਦੇ ਨੇ, ਮੁਸਾਫਰ ਨੇ, ਸਫ਼ਰ ਕਰਦੇ ਉਹਨਾਂ ਦੇ ਲਈ। ਹੁਣ ਅਸੀਂ ਇਹਨਾਂ ਤਿੰਨਾਂ ਦੀ ਕੈਟਾਗਰੀ ਵਿੱਚ ਆਉਂਦੇ ਹਾਂ ਕਿ ਨਹੀਂ ਆਉਂਦੇ? ਕਿ ਅਸੀਂ ਲੁੱਲੇ ਪਿਗਲੇ ਹਾਂ, ਕਿ ਅਸੀਂ ਗਰੀਬ ਹਾਂ, ਜਾਂ ਅਸੀਂ ਰਾਹੀ ਮੁਸਾਫਰ ਹਾਂ? ਜੇਕਰ ਤਿੰਨਾਂ ਦੇ ਵਿੱਚੋਂ ਅਸੀਂ ਨਹੀਂ ਹੈਗੇ ਤਾਂ ਫਿਰ ਲੰਗਰ ਸਾਡੇ ਲਈ ਨਹੀਂ ਹੈ। ਇਸ ਲਈ ਜਿਹੜੇ ਪ੍ਰਾਰਥਨਾ ਸਭਾਵਾਂ ਦੇ ਵਿੱਚ ਹੁਣ ਇਹਦਾ ਨਾਮ ਲੰਗਰ ਨਹੀਂ ਰੱਖਿਆ ਜਾਂਦਾ, ਉੱਥੇ ਲਿਖਿਆ ਜਾਂਦਾ ਖਾਣੇ ਦਾ ਪ੍ਰਬੰਧ ਕੀਤਾ ਗਿਆ। ਖਾਣਾ ਸਾਰੇ ਲੋਕਾਂ ਦੇ ਲਈ, ਲੰਗਰ ਸਿਰਫ 3 ਕੈਟਾਗਰੀ ਦੇ ਲੋਕਾਂ ਲਈ। ਤੇ ਜਿਹੜਾ ਖਾਣਾ ਹੈ, ਖਾਣਾ ਸਭ ਲੋਕਾਂ ਦੇ ਲਈ, ਸਾਰੇ ਲੋਕ ਖਾ ਸਕਦੇ। ਹਾਲੇਲੂਇਆ। 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 तो ਸਾਡੇ ਵਿਸ਼ਵਾਸ ਦੇ ਜੀਵਨ ਦੀ ਅਸੀਂ ਗੱਲ ਕਰ ਰਹੇ ਹਾਂ ਕਿ ਅਸੀਂ ਵਿਸ਼ਵਾਸ ਵਿੱਚ ਜੀਣਾ ਹੈ। ਜਿਹੜੀ ਚੀਜ਼ ਸਾਡੇ ਲਈ ਨਹੀਂ ਬਣੀ ਅਸੀਂ ਉਹਨੂੰ ਆਪਣੇ ਜੀਵਨ ਦੇ ਵਿੱਚ ਸਵੀਕਾਰ ਨਹੀਂ ਕਰਨਾ। जो प्रभु ने साडे लिए बनाया है, जो प्रभु ने साडे लिए दिता है, साडे लिए उत्तम है, साडे लिए अच्छा है, साडे लिए वधिया है। जेकर ਅਸੀਂ ਉਹਨੂੰ ਆਪਣੇ ਜੀਵਨ ਦੇ ਵਿੱਚ ਰਿਸੀਵ ਕਰੀਏ, ਗ੍ਰਹਿਣ ਕਰੀਏ, ਆਸ਼ੀਸ਼ਾਂ ਬਰਕਤਾਂ ਸਾਡੀਆਂ। ਆਮੀਨ। ਜੀਵਨ ਸਾਡਾ ਹੁੰਦਾ ਹੈ। ਆਮੀਨ। ਛੁਟਕਾਰਾ ਸਾਡਾ ਹੁੰਦਾ ਹੈ, ਮੁਕਤੀ ਸਾਡੀ ਹੁੰਦੀ ਹੈ ਔਰ ਪ੍ਰਭੂ ਦੇ ਵਿੱਚ ਡਬਲ ਬਲੇਸਿੰਗ ਵੀ ਸਾਡੇ ਲਈ। ਆਮੀਨ। ਹਾਲੇਲੂਇਆ। 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 ਇਸ ਲਈ ਚਿੰਤਾ ਨਾ ਕਰੋ, परमेश्वर प्रभु यीशु मसीह पे विश्वास करो, अपना जीवन उसमें समर्पण करो। जेकर साडे जीवन च कुछ डुब गया, कुछ खो गया साडा, ता अज समान के ਅਸੀਂ प्रभु दे के अपने घुटने टेक दी। हालेलुया। हालेलुया। उस खोईया हुई चीजां ਨੂੰ, ਗਵਾਚੀਆਂ ਹੋਈਆਂ ਚੀਜ਼ਾਂ ਨੂੰ, ਡੁੱਬੇ ਹੋਏ ਜੀਵਨ ਨੂੰ, ਡੁੱਬੇ ਬਿਜ਼ਨਸ, ਵਪਾਰ, ਨੌਕਰੀ
ਔਰ ਸਾਡੇ ਡੁੱਬੇ ਹੋਏ ਜੀਵਨ ਨੂੰ, ਪਰਿਵਾਰ ਨੂੰ ਜੇਕਰ ਤੁਸੀਂ ਬਚਾਉਣਾ ਚਾਹੁੰਦੇ ਹੋ ਤਾਂ ਉਸ ਦੇ ਲਈ ਇੱਕ ਹੀ ਹੈ ਜੋ ਸਾਡੀ ਮਦਦ ਕਰ ਸਕਦਾ ਹੈ, ਉਹ ਹੈ ਪ੍ਰਭੂ ਯੀਸ਼ੂ। ਉਹਦੇ ਲਈ ਘੁਟਨੇ ਟੇਕਣੇ, ਉਹਦੇ ਲਈ ਕੀ ਕਰਨਾ ਹੈ? ਘੁਟਨੇ ਟੇਕਣੇ ਨੇ। ਜਿਵੇਂ ਅਲੀਸ਼ਾ ਦੇ ਕੇ ਉਸ ਨਬੀ ਨੇ ਘੁਟਨੇ ਟੇਕ ਕੇ ਕੁਰਲਾਇਆ, ਰੋਇਆ ਅਤੇ ਉਸ ਨੂੰ ਕਿਹਾ ਮੇਰੇ ਸੁਆਮੀ ਮੇਰੀ ਮਦਦ ਕੀਤੀ ਜਾਏ, ਮੇਰੇ ਤੇ ਦਇਆ ਕੀਤੀ ਜਾਏ, ਕਿਉਂਕਿ ਇਹ ਕਿਸੇ ਤੋਂ ਜਿਹੜਾ ਕਰਜ਼ ਲਿਆ ਗਿਆ ਸੀ, ਜੋ ਪਹਾੜਾ ਮੈਂ ਉਧਾਰੀ ਦੇ ਤੌਰ ਤੇ ਮੰਗ ਕੇ ਲੈ ਕੇ ਆਇਆ ਸਾਂ, ਮੇਰਾ ਆਪਣਾ ਨਹੀਂ ਸੀ, ਉਹ ਵੀ ਡੁੱਬ ਚੁੱਕਿਆ ਹੈ। ਮੈਂ ਉਹਨੂੰ ਵਾਪਸ ਕਰਨਾ ਹੈ, ਉਹਦੀ ਕੀਮਤ ਮੈਂ ਉਹਨੂੰ ਵਾਪਸ ਕਰਨੀ ਹੈ। ਮੇਰੇ ਤੇ ਕਿਰਪਾ ਕੀਤੀ ਜਾਏ, ਦਇਆ ਕੀਤੀ ਜਾਏ। ਮੇਰੇ ਭੈਣ ਭਾਈਓ, ਉਸੇ ਸਮੇਂ ਅਲੀਸ਼ਾ ਨੇ ਪਰਮੇਸ਼ਰ ਦੇ ਨਾਲ ਗੱਲ ਕੀਤੀ ਔਰ ਪਰਮੇਸ਼ਰ ਨੇ ਉਹਨੂੰ ਦੱਸਿਆ ਕਿ ਤੂੰ ਇੱਕ ਲੱਕੜੀ ਨੂੰ ਲੈ ਕੇ ਉਸ ਪਾਣੀ ਦੇ ਅੰਦਰ ਡੋਬ ਦੇ। ਜਦੋਂ ਪਾਣੀ ਦੇ ਅੰਦਰ ਲੱਕੜੀ ਸੁੱਟ ਦਿੱਤੀ ਗਈ ਤਾਂ ਲੋਹੇ ਦਾ ਪਹਾੜਾ ਵੀ ਉਸ ਲੱਕੜੀ ਦੇ ਨਾਲ ਬਾਹਰ ਆ ਗਿਆ। ਆਮੀਨ ਆਮੀਨ ਹਾਲੇਲੂਇਆ ਹਾਲੇਲੂਇਆ। ਜਿਵੇਂ ਪਤਰਸ ਦੇ ਬਾਰੇ ਵਿੱਚ ਦੱਸਿਆ ਕਿ ਉਹ ਪਾਣੀ ਵਿੱਚ ਡੁੱਬ ਰਿਹਾ ਸੀ, ਡੁੱਬਦੇ ਹੋਏ ਨੇ ਪੁਕਾਰਿਆ ਸੀ ਪ੍ਰਭੂ ਨੂੰ, ਪ੍ਰਭੂ ਜੀ ਮੈਨੂੰ ਬਚਾ ਲਓ। ਤਾਂ ਵਚਨ ਚ ਲਿਖਿਆ ਯਿਸੂ ਨੇ ਆਪਣਾ ਹੱਥ ਵਧਾ ਕੇ ਉਹਨੂੰ ਬਚਾ ਲਿਆ। ਅਗਰ ਤੁਸੀਂ ਵਿਸ਼ਵਾਸ ਦੇ ਵਿੱਚ ਜੀਵਨ ਜੀ ਰਹੇ ਹੋ ਤਾਂ ਪ੍ਰਭੂ ਦੇ ਅੱਗੇ ਘੁਟਨੇ ਟੇਕ ਦਿਓ, ਉਸ ਨੂੰ ਪੁਕਾਰਨਾ ਸ਼ੁਰੂ ਕਰ ਦਿਓ। ਹਰ ਰੋਜ਼ ਉਸ ਨੂੰ ਪੁਕਾਰੋ, ਆਪਣੇ ਪਰਿਵਾਰ ਵਿੱਚ ਬੈਠ ਕੇ ਪੁਕਾਰੋ, ਰਸਤੇ ਵਿੱਚ ਤੁਰੇ ਜਾਂਦੇ ਉਸ ਦੇ ਨਾਲ ਗੱਲ ਕਰੋ, ਉਸ ਨੂੰ ਪੁਕਾਰੋ, ਆਪਣੀ ਨੌਕਰੀ ਤੇ, ਆਪਣੇ ਬਿਜ਼ਨਸ, ਆਪਣੀ ਦੁਕਾਨ ਦੇ ਅੰਦਰ ਉਸ ਨੂੰ ਪੁਕਾਰੋ। ਤਾਂ ਜਦੋਂ ਤੁਸੀਂ ਉਸ ਨੂੰ ਪੁਕਾਰੋਗੇ ਵਿਸ਼ਵਾਸ ਦੇ ਨਾਲ, ਤੇ ਉਹ ਅਦਭੁਤ ਚਮਤਕਾਰ ਕਰੇਗਾ ਤੁਹਾਡੇ ਜੀਵਨ ਵਿੱਚ। ਆਮੀਨ ਹਾਲੇਲੂਇਆ 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 ਹਾਲੇਲੂਇਆ। ਕਿਉਂਕਿ ਸਾਨੂੰ ਪਿਆਰ ਕਰਨ ਵਾਲਾ ਪਰਮੇਸ਼ਰ ਹੈ, ਉਹ ਰਾਜਿਆਂ ਦਾ ਰਾਜਾ ਤੇ ਪ੍ਰਭੂਆਂ ਦਾ ਪ੍ਰਭੂ ਹੈ। ਉਹਦੇ ਲਈ ਕੋਈ ਕੰਮ ਕਰਨਾ ਕਠਿਨ ਨਹੀਂ, ਉਹ ਹਰ ਇੱਕ ਕੰਮ ਨੂੰ ਕਰਨ ਦੀ ਤਾਕਤ ਰੱਖਦਾ ਹੈ ਅਤੇ ਉਹ ਕਹਿੰਦਾ ਹੈ ਵਿਸ਼ਵਾਸ ਕਰਨ ਵਾਲਿਆਂ ਦੇ ਲਈ ਸਭ ਕੁਝ ਹੋਵੇਗਾ। ਆਮੀਨ। ਅਗਰ ਤੁਸੀਂ ਵਿਸ਼ਵਾਸ ਕਰਦੇ ਹੋ ਤਾਂ ਮੇਰਾ ਪਰਮੇਸ਼ਰ ਇੰਨਾ ਸਮਰਥੀ ਹੈ, ਇੰਨਾ ਸ਼ਕਤੀਸ਼ਾਲੀ ਹੈ ਕਿ ਉਹ ਤੁਹਾਡੇ ਲਈ ਅਸੰਭਵ ਕੰਮਾਂ ਨੂੰ ਵੀ ਸੰਭਵ ਕਰ ਦੇਣ ਵਾਲਾ ਪਰਮੇਸ਼ਰ। ਆਮੀਨ ਹਾਲੇਲੂਇਆ ਹਾਲੇਲੂਇਆ। ਜੋ ਅਸੀਂ ਸੋਚਦੇ ਹਾਂ ਕਿ ਨਹੀਂ ਹੋ ਸਕਦਾ, ਪ੍ਰਭੂ ਉਹ ਵੀ ਕੰਮਾਂ ਨੂੰ ਕਰੇਗਾ ਔਰ ਸਾਨੂੰ ਆਪਣੀ ਗਵਾਹੀ ਦੇ ਨਾਲ ਖੜਾ ਕਰੇਗਾ। ਆਮੀਨ। ਅੱਜ ਦੇ ਵਚਨ ਦੇ ਲਈ ਪਰਮੇਸ਼ਰ ਮੈਨੂੰ ਔਰ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਦੇਵੇ। ਆਮੀਨ। ਉਹ ਆਪਣੀ ਜਗ੍ਹਾ ਤੇ ਖੜੇ ਹੋਈਏ, ਪ੍ਰਾਰਥਨਾ ਕਰੀਏ। ਸਾਡੇ ਜੀਵਨ ਦੇ ਵਿੱਚ ਉਹ ਚੀਜ਼ਾਂ ਨੂੰ ਦੇਖੀਏ, ਉਹਨਾਂ ਚੀਜ਼ਾਂ ਦੇ ਉੱਤੇ ਮਨਨ ਕਰੀਏ, ਵਿਚਾਰ ਕਰੀਏ ਜੋ ਸਾਡੀ ਜ਼ਿੰਦਗੀ ਵਿੱਚ ਸਾਡੇ ਤੋਂ ਖੋਈਆਂ ਗਈਆਂ, ਗਵਾਚ ਗਈਆਂ, ਡੁੱਬ ਗਈਆਂ। ਪ੍ਰਾਰਥਨਾ ਕਰੋ ਪਰਮੇਸ਼ਰ ਦੇ ਅੱਗੇ ਕਿ ਉਹ ਸਾਡੇ ਤੇ ਦਇਆ ਕਰੇ, ਸਾਡੇ ਤੇ ਕਿਰਪਾ ਕਰੇ, ਆਪਣਾ ਪਵਿੱਤਰ ਹੱਥ ਵਧਾ ਕੇ ਸਾਨੂੰ ਛੂਏ ਅਤੇ ਸਾਨੂੰ ਬਲੈਸ ਕਰੇ। ਆਪਣੇ ਹੱਥਾਂ ਨੂੰ ਖੋਲੀਏ ਸਭ ਲੋਕ, ਆਪਣੀਆਂ ਅੱਖਾਂ ਨੂੰ ਬੰਦ ਕਰੀਏ। ਥੈਂਕ ਯੂ ਲਾਰਡ। ਪ੍ਰਭੂਆਂ ਦੇ ਪ੍ਰਭੂ, ਰਾਜਿਆਂ ਦੇ ਰਾਜਾ, ਤੁਸੀਂ ਮਹਾਨ ਹੋ ਪ੍ਰਭੂ ਜੀ। ਅਸੀਂ ਤੁਹਾਡੇ ਮਹਾਨ ਨਾਮ ਦੀ ਮਹਿਮਾ ਤੇ ਵਡਿਆਈ ਕਰਦੇ ਹਾਂ। ਤੁਹਾਡੇ ਬੇਟੇ ਬੇਟੀਆਂ ਪ੍ਰਭੂ ਬੜੇ ਵਿਸ਼ਵਾਸ ਦੇ ਨਾਲ ਤੁਹਾਡੀ ਹਜ਼ੂਰੀ ਦੇ ਵਿੱਚ ਖੜੇ ਹੋਏ। ਇਹਨਾਂ ਨੇ ਅੱਜ ਤੁਹਾਡੇ ਪਾਕ ਵਚਨ ਸੁਣੇ ਹਨ ਪ੍ਰਭੂ। ਤੁਸੀਂ ਆਪਣੇ ਵਚਨ ਦੇ ਰਾਹੀਂ ਪ੍ਰਭੂ ਆਪਣੇ ਲੋਕਾਂ ਦੇ ਨਾਲ ਗੱਲ ਕੀਤੀ ਅਤੇ ਤੁਸੀਂ ਆਪਣੇ ਵਚਨ ਦੇ ਰਾਹੀਂ ਪ੍ਰਭੂ ਸਿਖਾਇਆ ਕਿ ਕਿਵੇਂ ਪਤਰਸ ਪਾਣੀ ਦੇ ਅੰਦਰ ਡੁੱਬ ਰਿਹਾ ਸੀ ਅਤੇ ਤੁਸੀਂ ਆਪਣਾ ਹੱਥ ਵਧਾ ਕੇ ਉਸ ਨੂੰ ਬਚਾ ਲਿਆ ਸੀ। ਔਰ ਜਿਵੇਂ ਅਲੀਸ਼ਾ ਨਬੀ ਦੇ ਸਮੇਂ ਦੇ ਵਿੱਚ ਇੱਕ ਆਦਮੀ ਜੋ ਨਦੀ ਦੇ ਕਿਨਾਰੇ ਉੱਤੇ ਲੱਕੜੀਆਂ ਨੂੰ ਕੱਟ ਰਿਹਾ ਸੀ, ਆਪਣੇ ਉਸ ਜਗ੍ਹਾ ਨੂੰ ਵਧਾਉਣ ਦੇ ਲਈ, ਜੋ ਜਗ੍ਹਾ ਰਹਿਣ ਦੇ ਲਈ ਘੱਟ ਸੀ, ਥੋੜੀ ਸੀ, ਉਸ ਮਿਹਨਤ ਕਰਦੇ ਸਮੇਂ ਉਸ ਕੋਲ ਹਾੜੀ ਦਾ ਫਲ ਜਿਹੜਾ ਸੀ ਉਹ ਪਾਣੀ ਦੇ ਅੰਦਰ ਡੁੱਬ ਗਿਆ, ਗਵਾਚ ਗਿਆ, ਖੋਇਆ ਗਿਆ। ਇਹ ਪ੍ਰਭੂ ਉਹਦਾ ਆਪਣਾ ਨਹੀਂ ਸੀ, ਉਹਨੇ ਉਹ ਮੰਗ ਕੇ ਕਿਸੇ ਕੋਲੋਂ ਲਿਆ ਹੋਇਆ ਸੀ। ਉਹ ਪਰੇਸ਼ਾਨ ਹੋਇਆ, ਆਪਣੇ ਜੀਵਨ ਚੋਂ ਦੁਖੀ ਹੋਇਆ, ਘਬਰਾਇਆ, ਪਰ ਉਸਨੇ ਘਬਰਾਉਂਦੇ ਹੋਏ ਵੀ ਅਲੀਸ਼ਾ ਨਬੀ ਦੇ ਅੱਗੇ ਆਪਣੀ ਸਮੱਸਿਆ ਨੂੰ ਰੱਖਿਆ। ਪ੍ਰਭੂ ਜੀ ਉਸ ਆਤਮਾ ਦੀ ਅਗਵਾਈ ਵਿੱਚ ਅਲੀਸ਼ਾ ਨਬੀ ਦੇ ਦੁਆਰਾ ਪ੍ਰਭੂ ਇੱਕ ਵੱਡਾ ਚਮਤਕਾਰ ਉਸ ਜਗ੍ਹਾ ਦੇ ਉੱਤੇ ਹੋਇਆ ਅਤੇ ਉਸ ਭਰਾ ਦੇ ਜੀਵਨ ਦੇ ਵਿੱਚ ਨਹੀਂ ਬਲੈਸਿੰਗ ਆ ਗਈ। ਹਾਲੇਲੂਇਆ ਯਿਸੂ ਮਸੀਹ। ਅੱਜ ਤੁਹਾਡੇ ਬੱਚਿਆਂ ਬੜੇ ਵਿਸ਼ਵਾਸ ਦੇ ਨਾਲ ਤੁਹਾਡੀ ਪਾਕ ਬਾਣੀ ਨੂੰ ਸੁਣ ਲਿਆ ਪ੍ਰਭੂ, ਔਰ ਮੈਂ ਦੇਖ ਰਿਹਾ ਸੀ ਆਤਮਾ ਦੇ ਵਿੱਚ ਪ੍ਰਭੂ
ਜਦੋਂ ਤੁਹਾਡੇ ਲੋਕ ਇਸ ਵਚਨ ਨੂੰ ਸੁਣ ਰਹੇ ਸਨ, ਉਹਨਾਂ ਦੇ ਅੰਦਰ ਪ੍ਰਭੂ ਜੀ ਪਵਿੱਤਰ ਆਤਮਾ ਦੀ ਸਮਰਥ ਕੰਮ ਕਰ ਰਹੀ ਸੀ। ਉਹਨਾਂ ਦੇ ਅੰਦਰ ਪਵਿੱਤਰ ਆਤਮਾ ਗੱਲ ਕਰ ਰਿਹਾ ਸੀ, ਉਹਨਾਂ ਦੇ ਮਨਾਂ, ਉਹਨਾਂ ਦੇ ਵਿਚਾਰਾਂ ਦੇ ਵਿੱਚ ਪ੍ਰਭੂ ਜੀ ਤੁਹਾਡਾ ਆਤਮਾ ਉਹਨਾਂ ਦੇ ਨਾਲ ਗੱਲ ਕਰ ਰਿਹਾ ਸੀ। ਪ੍ਰਭੂ ਜੀ ਇੱਕ ਨਵੇਂ ਵਿਚਾਰਾਂ ਨੇ ਜਨਮ ਲਿਆ ਉਹਨਾਂ ਦੇ ਜੀਵਨ ਦੇ ਅੰਦਰ। ਇਹ ਮੇਰੇ ਪ੍ਰਭੂ, ਤੁਹਾਡੇ ਲੋਕ ਵੀ ਅੱਜ ਆਪਣੀ ਜ਼ਿੰਦਗੀ ਦੇ ਕਈ ਹਿੱਸਿਆਂ ਵਿੱਚ ਪ੍ਰਭੂ ਜੀ ਉਸ ਡੁੱਬਣ ਵਰਗੇ ਅਨੁਭਵ ਨੂੰ ਮਹਿਸੂਸ ਕਰ ਰਹੇ ਪ੍ਰਭੂ। ਇਹਨਾਂ ਦੇ ਬਿਜ਼ਨਸ ਦਾ ਖੇਤਰ ਹੋਵੇ, ਪਰਿਵਾਰ ਦਾ ਖੇਤਰ ਹੋਵੇ ਪ੍ਰਭੂ, ਜਿਹਦੇ ਵਿੱਚ ਪ੍ਰਭੂ ਯਿਸੂ ਇਹਨਾਂ ਦਾ ਪੈਸਾ ਡੁੱਬ ਗਿਆ, ਇਹਨਾਂ ਦਾ ਬਿਜ਼ਨਸ ਡੁੱਬ ਗਿਆ, ਇਹਨਾਂ ਦੀ ਨੌਕਰੀ ਡੁੱਬ ਗਈ, ਇਹਨਾਂ ਦਾ ਵਪਾਰ ਡੁੱਬ ਗਿਆ ਪ੍ਰਭੂ, ਇਹਨਾਂ ਦਾ ਆਦਰ ਮਾਨ ਡੁੱਬ ਚੁੱਕਿਆ ਪ੍ਰਭੂ ਜੀ। ਔਰ ਅੱਜ ਚਿੰਤਤ ਨੇ ਪ੍ਰਭੂ, ਅੱਜ ਪਰੇਸ਼ਾਨ ਨੇ ਮੇਰੇ ਮਹਾਨ ਪਰਮੇਸ਼ਰ ਪ੍ਰਭੂ। ਕਾਰਨ ਕੋਈ ਵੀ ਕਿਉਂ ਨਹੀਂ, ਤੁਹਾਡੇ ਵਚਨ ਚ ਲਿਖਿਆ ਹੈ, ਥੱਕ ਕੇ ਮਾਂ ਦੇ ਬੋਝ ਥੱਲੇ ਦੱਬੇ ਲੋਕੋ ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦੇਵਾਂ। ਥੱਕ ਕੇ ਮਾਂ ਦੇ ਬੋਝ ਥੱਲੇ ਦੱਬੇ ਹੋਏ ਲੋਕੋ ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦੇਵਾਂ। ਪ੍ਰਭੂ ਜੀ ਤੇਰੇ ਦੇ ਬੱਚੇ, ਤੇਰੇ ਧੀਆਂ ਪੁੱਤਰ ਪ੍ਰਭੂ, ਤੇਰੇ ਬੇਟੇ ਬੇਟੀਆਂ ਬੜੇ ਵਿਸ਼ਵਾਸ ਦੇ ਨਾਲ ਤੁਹਾਡੀ ਹਜ਼ੂਰੀ ਵਿੱਚ ਆਏ, ਇਹ ਤੁਹਾਡੀ ਹਜ਼ੂਰੀ ਵਿੱਚ ਇਸ ਸਮੇਂ ਖੜੇ ਨੇ ਪ੍ਰਭੂ ਜੀ। ਹਾਲੇਲੂਇਆ ਯਿਸੂ ਮਸੀਹ। ਪ੍ਰਭੂ ਜੀ ਜਿਵੇਂ ਤੁਹਾਡੇ ਸੇਵਕ ਅਲੀਸ਼ਾ ਪ੍ਰਭੂ ਜੀ ਉਸ ਇੱਕ ਲੱਕੜੀ ਦੇ ਦੁਆਰਾ ਪ੍ਰਭੂ ਉਸ ਚਿੰਤਤ ਆਦਮੀ ਦੀ ਪਰੇਸ਼ਾਨੀ ਨੂੰ ਦੂਰ ਕਰ ਦਿੱਤਾ। ਪ੍ਰਭੂ ਜੀ ਮੈਂ ਤੁਹਾਡਾ ਦਾਸ ਹਾਂ ਪ੍ਰਭੂ, ਤੁਹਾਡੀ ਉਸ ਪਾਕ ਸਲੀਬ ਦੀ ਲੱਕੜੀ ਨੂੰ ਤੁਹਾਡੇ ਲੋਕਾਂ ਦੇ ਅੱਗੇ ਰੱਖਦਾ। ਮੇਰੇ ਭੈਣ ਭਾਈ ਆਪਣੀ ਅੱਖਾਂ ਨੂੰ ਬੰਦ ਕਰੋ, ਉਸ ਲੱਕੜੀ ਨੂੰ ਦੇਖੋ ਜਿਸ ਲੱਕੜੀ ਦੇ ਉੱਤੇ ਪ੍ਰਭੂ ਯਿਸੂ ਮਸੀਹ ਮੇਰੇ ਤੇ ਤੁਹਾਡੇ ਲਈ ਕੁਰਬਾਨ ਹੋਇਆ। ਉਸ ਸਲੀਬ ਨੂੰ ਦੇਖੋ, ਉਹ ਲੱਕੜ ਦੀ ਬਣੀ ਹੋਈ ਸਲੀਬ, ਉਸ ਲੱਕੜੀ ਦੇ ਉੱਤੇ ਪ੍ਰਭੂ ਯਿਸੂ ਮਸੀਹ ਉਹ ਪਰਮੇਸ਼ਰ ਦਾ ਪਿਆਰਾ ਬੇਟਾ, ਉਹ ਨਿਸ਼ਕਲੰਕ ਨਿਸ਼ਪਾਪ, ਉਹ ਆਦਿ ਅਤੇ ਅੰਤ ਹੈ, ਅਲਫਾ ਅਤੇ ਓਮੇਗਾ, ਸਾਰੀ ਸ੍ਰਿਸ਼ਟੀ ਦਾ ਰਚਨਹਾਰਾ ਪਰਮੇਸ਼ਰ। ਉਹ ਸ਼ਬਦ ਹੈ ਜਿਹਦੇ ਦੁਆਰਾ ਸਭ ਚੀਜ਼ਾਂ ਦੀ ਸ੍ਰਿਸ਼ਟੀ ਕੀਤੀ ਗਈ। ਸ੍ਰਿਸ਼ਟੀ ਦੀ ਇੱਕ ਵੀ ਵਸਤੂ ਉਹਦੇ ਬਿਨਾਂ ਨਾ ਰਚੀ ਗਈ। ਉਹਦੇ ਵਿੱਚ ਜੀਵਨ ਹੈ ਅਤੇ ਉਹ ਜੀਵਨ ਮਨੁੱਖਾਂ ਦਾ ਚਾਨਣ ਹੈ। ਚਾਨਣ ਹਨੇਰੇ ਵਿੱਚ ਚਮਕਦਾ ਹੈ। ਮੇਰੇ ਭੈਣ ਭਾਈ, ਅੱਜ ਦੇ ਸ਼ਬਦ, ਅੱਜ ਦੇ ਵਚਨ ਜੋ ਤੁਹਾਡੀ ਜ਼ਿੰਦਗੀ ਵਿੱਚ ਆਏ ਨੇ, ਇਹ ਤੁਹਾਡੇ ਹਨੇਰੇ ਜੀਵਨ ਨੂੰ ਚਾਨਣ ਨਾਲ ਪ੍ਰਕਾਸ਼ਮਾਨ ਕਰਦੇ ਨੇ। ਤੁਹਾਡਾ ਹਨੇਰਾ ਜੀਵਨ ਅੱਜ ਚਾਨਣ ਦੇ ਨਾਲ ਭਰ ਜਾਏਗਾ ਯਿਸੂ ਮਸੀਹ ਦੇ ਨਾਮ ਦੇ ਵਿੱਚ। ਆਮੀਨ। ਥੈਂਕ ਯੂ ਲਾਰਡ, ਥੈਂਕ ਯੂ ਲਾਰਡ, ਥੈਂਕ ਯੂ ਲਾਰਡ। ਪ੍ਰਭੂ ਦੀ ਸਲੀਬ ਨੂੰ ਆਪਣੀ ਜ਼ਿੰਦਗੀ ਵਿੱਚ ਸਥਾਨ ਦਿਓ, ਜਗ੍ਹਾ ਦਿਓ। ਆਪਣੇ ਦਿਲ ਵਿੱਚ, ਆਪਣੇ ਸੋਚ ਵਿੱਚ, ਆਪਣੇ ਵਿਚਾਰ ਵਿੱਚ ਉਸ ਨੂੰ ਸਥਾਨ ਦਿਓ, ਉਸ ਨੂੰ ਜਗ੍ਹਾ ਦਿਓ। ਆਪਣੇ ਬਿਜ਼ਨਸ ਵਿੱਚ, ਆਪਣੇ ਵਪਾਰ 'ਚ, ਆਪਣੀ ਨੌਕਰੀ 'ਚ, ਆਪਣੇ ਉਸ ਜਗ੍ਹਾ ਦੇ ਉੱਤੇ ਜਿੱਥੇ ਤੁਸੀਂ ਅਸਫਲ ਹੋਏ, ਪ੍ਰਭੂ ਯਿਸੂ ਮਸੀਹ ਦੀ ਸਲੀਬ ਨੂੰ ਉਸ ਜਗ੍ਹਾ ਦੇ ਵਿੱਚ ਲੈ ਆਓ। ਉਸ ਸਲੀਬ ਦੇ ਅੰਦਰ ਇੰਨੀ ਪਾਵਰ, ਇੰਨੀ ਸ਼ਕਤੀ, ਇੰਨੀ ਤਾਕਤ ਹੈ ਮੇਰੇ ਭੈਣ ਭਾਈ। ਤੁਹਾਡੀਆਂ ਡੁੱਬੀਆਂ ਹੋਈਆਂ ਚੀਜ਼ਾਂ ਤੈਰਨਾ ਸ਼ੁਰੂ ਕਰਨਗੀਆਂ ਯਿਸੂ ਮਸੀਹ ਦੇ ਨਾਮ ਦੇ ਵਿੱਚ। ਆਮੀਨ। ਤੁਹਾਡਾ ਡੁੱਬ ਰਿਹਾ ਵਪਾਰ, ਤੁਹਾਡੀ ਦੁਕਾਨ, ਤੁਹਾਡੀ ਨੌਕਰੀ, ਤੁਹਾਡਾ ਭਵਿੱਖ, ਇਸ ਦੇ ਅੰਦਰ ਪ੍ਰਭੂ ਯਿਸੂ ਮਸੀਹ ਦੀ ਸਲੀਬ ਨੂੰ ਲੈ ਕੇ ਆਓ। ਉਹ ਤੈਰਨਾ ਸ਼ੁਰੂ ਹੋ ਜਾਏਗਾ ਯਿਸੂ ਮਸੀਹ ਦੇ ਨਾਮ ਦੇ। ਆਮੀਨ। ਤੁਸੀਂ ਬਲੇਸਿੰਗ ਵਾਲੀ ਜ਼ਿੰਦਗੀ ਜੀਓਗੇ ਯਿਸੂ ਮਸੀਹ ਦੇ ਨਾਮ ਦੇ ਵਿੱਚ। ਆਮੀਨ। ਮੁਬਾਰਕ ਉਹ ਲੋਕ ਨੇ ਜਿਹੜੇ ਯਿਸੂ ਮਸੀਹ ਦੀ ਸਲੀਬ ਨੂੰ ਦੇਖਦੇ ਨੇ। ਆਮੀਨ। ਮੁਬਾਰਕ ਉਹ ਲੋਕ ਨੇ ਜਿਨ੍ਹਾਂ ਦੀ ਨਿਗਾਹ, ਜਿਨ੍ਹਾਂ ਦੀਆਂ ਨਜ਼ਰਾਂ ਉਹ ਸਲੀਬ ਦੇ ਉੱਤੇ ਲੱਗੀਆਂ ਰਹਿੰਦੀਆਂ। ਆਮੀਨ। ਹਾਲੇਲੂਇਆ, ਹਾਲੇਲੂਇਆ। ਉਹ ਹਮੇਸ਼ਾ ਉਸ ਸਲੀਬ ਨੂੰ ਯਾਦ ਰੱਖਦੇ ਨੇ। ਉਸ ਸਲੀਬ ਦੇ ਉੱਤੇ ਹੀ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਛੁਟਕਾਰਾ ਦਿੱਤਾ। ਆਮੀਨ। ਸਾਡੇ ਪਾਪਾਂ ਦੀ क्षमा ਉਸ ਸਲੀਬ ਦੇ ਦੁਆਰਾ ਹੀ ਸਾਨੂੰ ਮਿਲੀ। ਆਮੀਨ। ਜੋ ਮੌਤ ਦਾ ਦੰਡ ਸਾਨੂੰ ਮਿਲਣਾ ਸੀ, ਉਹ ਦੰਡ ਯਿਸੂ ਮਸੀਹ ਨੇ ਆਪਣੇ ਉੱਤੇ ਲਿਆ। ਆਮੀਨ।
वो फिर मर के तीसरे दिन जिंदा होया यीशु मसीह। आमीन। आज भी जिंदा है। आमीन। 40 दिन तक वो अपने चेलियां ਨੂੰ ਦਿਖਾਈ ਦਿੰਦਾ ਰਿਹਾ, ਉਹਨਾਂ ਦੇ ਨਾਲ ਗੱਲਾਂ ਕਰਦਾ ਰਿਹਾ ਔਰ ਉਹਨਾਂ ਦੇ ਜੀਵਨ 'ਚ ਉਹਨਾਂ ਨੂੰ ਉਹ ਆਗਿਆਵਾਂ ਆਦੇਸ਼ ਦਿੰਦਾ ਰਿਹਾ ਜਿਹੜੇ ਉਸਨੇ स्वर्ग ਵਿੱਚ ਅਸਮਾਨ ਉੱਤੇ ਚਲੇ ਜਾਣ ਤੋਂ ਬਾਅਦ ਉਹਨਾਂ ਦੇ ਚੇਲਿਆਂ ਨੇ ਕਰਨੇ ਸਨ। ਅਤੇ ਉਸਨੇ ਜਾਂਦੇ ਹੋਏ ਉਹਨਾਂ ਦੇ ਨਾਲ ਉਹਨਾਂ ਨੂੰ ਬਲੈਸ ਕਰਕੇ ਉਹਨਾਂ ਨੂੰ ਆਸ਼ੀਸ਼ ਦਿੱਤੀ ਅਤੇ ਜਦੋਂ ਉਹ ਸਵਰਗ ਵਿੱਚ ਜਾ ਰਹੇ ਸਨ ਤਾਂ ਸਵਰਗਦੂਤ ਨੇ ਉਹਨਾਂ ਚੇਲਿਆਂ ਦੇ ਨਾਲ ਗੱਲ ਕੀਤੀ ਅਤੇ ਉਹਨਾਂ ਨੂੰ ਕਿਹਾ, ਜਿਸ ਤਰ੍ਹਾਂ ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਸਵਰਗ ਵਿੱਚ ਜਾਂਦਾ ਹੋਇਆ ਦੇਖਿਆ ਹੈ, ਉਵੇਂ ਉਸ ਨੂੰ ਦੁਬਾਰਾ ਫਿਰ ਆਉਂਦਾ ਹੋਇਆ ਵੀ ਦੇਖੋਗੇ। ਆਮੀਨ। ਉਹ ਬਹੁਤ ਜਲਦ ਇਸ ਸੰਸਾਰ ਦੇ ਵਿੱਚੋਂ ਆਪਣੇ ਲੋਕਾਂ ਨੂੰ ਲੈ ਜਾਣ ਦੇ ਲਈ ਆਏਗਾ। ਆਮੀਨ। ਅਤੇ ਜਿੱਥੇ ਉਹ ਆਪ ਰਹਿੰਦਾ ਹੈ ਉਹ ਉਹਨਾਂ ਨੂੰ ਉੱਥੇ ਵੀ ਆਪਣੇ ਨਾਲ ਰੱਖੇਗਾ। ਆਮੀਨ। ਸਾਨੂੰ ਪਿਆਰ ਕਰਨ ਵਾਲਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜਿੰਦਾ ਪਰਮੇਸ਼ਰ ਹੈ। ਆਮੀਨ। ਆਕਾਸ਼ ਅਤੇ ਧਰਤੀ ਖਤਮ ਹੋ ਜਾਣਗੇ, ਟਲ ਜਾਣਗੇ, ਪਰ ਯਿਸੂ ਮਸੀਹ ਦੇ ਕਹੇ ਹੋਏ ਵਚਨ ਕਦੀ ਵੀ ਟਲ ਨਹੀਂ ਸਕਦੇ। ਆਮੀਨ। ਉਹ ਅਟਲ ਨੇ, ਉਹ ਸੱਚਾਈ ਨੇ, ਅਤੇ ਉਹਨਾਂ ਨੂੰ ਕੋਈ ਖਤਮ ਨਹੀਂ ਕਰ ਸਕਦਾ। ਆਮੀਨ। ਹਾਲੇਲੂਇਆ। ਹਾਲੇਲੂਇਆ। ਚਿੰਤਾ ਨਾ ਕਰੋ ਮੇਰੇ ਭੈਣ ਭਾਈਓ, ਆਪਣੀਆਂ ਸਭ ਚਿੰਤਾਵਾਂ ਪਰਮੇਸ਼ਰ ਨੂੰ ਦੇ ਦਿਓ, ਕਿਉਂਕਿ ਉਹ ਤੁਹਾਡੀ ਚਿੰਤਾ ਕਰਦਾ ਹੈ, ਉਸ ਨੂੰ ਤੁਹਾਡਾ ਫਿਕਰ ਹੈ। ਅੱਜ ਉਹ ਵੱਡੇ ਚਮਤਕਾਰ ਤੁਹਾਡੇ ਜੀਵਨ 'ਚ ਕਰੇਗਾ। ਆਮੀਨ। ਅੱਜ ਤੁਹਾਡੇ ਜੀਵਨਾਂ ਨੂੰ ਬਲੈਸ ਕਰਕੇ ਇੱਕ ਨਵਾਂ ਜੀਵਨ ਤੁਹਾਨੂੰ ਪ੍ਰਦਾਨ ਕਰੇਗਾ। ਆਮੀਨ। ਹਾਲੇਲੂਇਆ। ਹਾਲੇਲੂਇਆ। ਅਗਰ ਤੁਸੀਂ ਸਲੀਬ ਨੂੰ ਆਪਣੇ ਜੀਵਨ ਦੇ ਵਿੱਚ ਲੈ ਕੇ ਆਉਂਦੇ ਹੋ, ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਵੀ ਬੜੀ ਮਹੱਤਤਾ ਸਲੀਬ ਨੂੰ ਦਿੱਤੀ ਹੈ। ਉਹਨਾਂ ਨੇ ਕਿਹਾ ਜਿਹੜਾ ਇਨਸਾਨ ਆਪਣੇ ਸਲੀਬ ਚੁੱਕ ਕੇ ਮੇਰੇ ਪਿੱਛੇ ਨਾ ਆਏ ਉਹ ਮੇਰਾ ਚੇਲਾ ਨਹੀਂ ਬਣ ਸਕਦਾ। ਹਾਲੇਲੂਇਆ। ਹਾਲੇਲੂਇਆ। ਆਪਣੀ ਜ਼ਿੰਦਗੀ ਚੋਂ ਸਲੀਬ ਨੂੰ ਲੈ ਆਓ ਅਤੇ ਉਹਨੂੰ ਚੁੱਕ ਕੇ ਚੱਲਣਾ ਸ਼ੁਰੂ ਕਰ ਦਿਓ। ਸਾਡੇ ਜੀਵਨ 'ਚ ਜੋ ਕੁਝ ਵੀ ਅਸੀਂ ਖੋਇਆ ਹੈ, ਪ੍ਰਭੂ ਯਿਸੂ ਦੀ ਪਾਕ ਸਲੀਬ ਦੇ ਦੁਆਰਾ ਉਹ ਸਾਨੂੰ ਵਾਪਸ ਮਿਲੇਗਾ ਯਿਸੂ ਮਸੀਹ ਦੇ ਨਾਮ। ਆਮੀਨ। ਅਸੀਂ ਖੋਈਆਂ ਹੋਈਆਂ ਚੀਜ਼ਾਂ ਨੂੰ ਵਾਪਸ ਪਾ ਲਵਾਂਗੇ ਯਿਸੂ ਮਸੀਹ ਦੇ ਨਾਮ। ਆਮੀਨ। ਜਿਹੜੇ ਸਾਡੇ ਬਜ਼ੁਰਗ, ਸਾਡੇ ਅਜੀਜ਼, ਸਾਡੇ ਪੂਰਵਜ, ਸਾਡੇ ਪੁਰਖੇ ਜਿਹੜੇ ਸੰਸਾਰ ਨੂੰ ਛੱਡ ਕੇ ਜਾ ਚੁੱਕੇ ਨੇ, ਉਹ ਮਿੱਟੀ ਵਿੱਚ ਮਿਲ ਚੁੱਕੇ ਨੇ, ਉਹਨਾਂ ਦੇ ਸਰੀਰ ਖਤਮ ਹੋ ਚੁੱਕੇ ਨੇ, ਪਰ ਵਿਸ਼ਵਾਸ ਰੱਖੋ ਜਦੋਂ ਯਿਸੂ ਦੁਬਾਰਾ ਆਏਗਾ ਉਹ ਆਪਣਾ ਵਚਨ ਫੂਕੇਗਾ, ਤੁਰੀ ਫੂਕੇਗਾ ਔਰ ਸਾਡੇ ਪੂਰਵਜ ਜਿਹੜੇ ਮਿੱਟੀ ਦੇ ਅੰਦਰ ਦਫਨ ਹੋਏ ਨੇ ਉਹ ਕਬਰਾਂ ਵਿੱਚੋਂ ਬਾਹਰ ਆਉਣਗੇ। ਆਮੀਨ। ਪਰ ਅਸੀਂ ਉਹ ਵੀ ਜੋ ਖੋਏ ਹੋਏ, ਜੋ ਖੋ ਚੁੱਕੇ ਸਾਡੀ ਜ਼ਿੰਦਗੀ ਚੋਂ, ਅਸੀਂ ਦੁਬਾਰਾ ਉਹਨਾਂ ਨੂੰ ਮਿਲਾਂਗੇ ਯਿਸੂ ਮਸੀਹ ਦੇ ਨਾਮ। ਆਮੀਨ। ਇੱਕ ਨਵੀਂ ਆਸ ਹੈ ਸਾਡੇ ਕੋਲ, ਇੱਕ ਨਵੀਂ ਉਮੀਦ ਹੈ ਸਾਡੇ ਕੋਲ। ਨਿਰਾਸ਼ ਹੋਣ ਦੀ ਲੋੜ ਨਹੀਂ, ਚਿੰਤਾ ਕਰਨ ਦੀ ਲੋੜ ਨਹੀਂ, ਪਰੇਸ਼ਾਨ ਹੋਣ ਦੀ ਲੋੜ ਨਹੀਂ। ਸਿਰਫ ਵਿਸ਼ਵਾਸ ਕਰੋ ਅਤੇ ਉਸ ਦੇ ਅਨੁਸਾਰ ਕੰਮ ਕਰਨਾ ਸ਼ੁਰੂ ਕਰੋ। ਅਗਰ ਤੁਸੀਂ ਯਿਸੂ ਮਸੀਹ ਤੇ ਵਿਸ਼ਵਾਸ ਕਰਦੇ ਹੋ ਤਾਂ ਫਿਰ ਪ੍ਰਾਰਥਨਾ ਦਾ ਹਿੱਸਾ ਆਪਣੇ ਜੀਵਨ ਦੇ ਵਿੱਚ ਵਧਾਉਣਾ ਸ਼ੁਰੂ ਕਰ ਦਿਓ। ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿਓ। ਪਰਮੇਸ਼ਰ ਦੇ ਲੋਕਾਂ ਦੇ ਨਾਲ ਸੰਗਤੀ ਕਰਨੀ ਸ਼ੁਰੂ ਕਰ ਦਿਓ। ਪਰਮੇਸ਼ਰ ਦੇ ਵਚਨ ਨੂੰ ਪੜ੍ਹਨਾ, ਮੰਨਣ ਕਰਨਾ ਸ਼ੁਰੂ ਕਰ ਦਿਓ। ਆਪਣੇ ਬੀਜ ਪਰਮੇਸ਼ਰ ਦੀ ਸੇਵਕਾਈ ਦੇ ਲਈ ਬੀਜਣੇ ਸ਼ੁਰੂ ਕਰ ਦਿਓ। ਪਰਮੇਸ਼ਰ ਅਦਭੁਤ ਚਮਤਕਾਰ ਕਰੇਗਾ ਤੁਹਾਡੀ ਜ਼ਿੰਦਗੀ ਵਿੱਚ। ਆਮੀਨ। ਤੁਹਾਡਾ ਡੁੱਬਿਆ ਹੋਇਆ ਵਪਾਰ, ਡੁੱਬੀ ਹੋਈ ਖੇਤੀ, ਡੁੱਬੇ ਹੋਏ ਕਾਰੋਬਾਰ, ਡੁੱਬਾ ਹੋਇਆ ਜੀਵਨ, ਡੁੱਬਾ ਹੋਇਆ ਪਰਿਵਾਰ, ਸਭ ਪ੍ਰਭੂ ਯਿਸੂ ਮਸੀਹ ਦੁਬਾਰਾ ਉਠਾ ਕੇ ਖੜਾ ਕਰ। ਆਮੀਨ। ਫਿਰ ਦੁਬਾਰਾ ਉਹਨੂੰ ਉਠਾ ਕੇ ਖੜਾ ਕਰ ਦੇਗਾ। ਆਮੀਨ। ਉਹ ਤੁਹਾਨੂੰ ਡੁੱਬਣ ਨਹੀਂ ਦੇਗਾ ਮੇਰੇ ਭੈਣ ਭਾਈ। ਉਹ ਤੁਹਾਨੂੰ ਨਾਸ਼ ਨਹੀਂ ਹੋਣ ਦੇਗਾ। ਆਮੀਨ। ਪਰ ਹਿੰਮਤ ਰੱਖੋ ਪ੍ਰਭੂ ਯਿਸੂ ਮਸੀਹ ਨੂੰ ਪੁਕਾਰਨ, ਹਿੰਮਤ ਰੱਖੋ ਉਸ ਨੂੰ ਪੁਕਾਰਨ ਦੀ। ਇਹ ਨਾ ਸੋਚੋ ਕਿ ਹੁਣ ਡੁੱਬ ਜਾਣਾ, ਮੈਂ ਡੁੱਬ ਰਿਹਾ ਹਾਂ, ਡੁੱਬ ਰਹੀ ਹਾਂ, ਮੈਨੂੰ ਕੋਈ ਨਹੀਂ ਬਚਾ ਸਕਦਾ। ਮੈਂ ਨਸ਼ੇ ਵਿੱਚ ਡੁੱਬ ਚੁੱਕਾ, ਮੈਂ ਗਰੀਬੀ ਵਿੱਚ ਡੁੱਬ ਚੁੱਕਾ, ਮੈਂ ਕਰਜ਼ੇ 'ਚ ਡੁੱਬ ਚੁੱਕਾ, ਹੁਣ ਮੇਰੀ ਮਦਦ ਕੋਈ ਨਹੀਂ ਕਰ ਸਕਦਾ, ਹੁਣ ਮੈਨੂੰ ਕੋਈ ਬਚਾ ਨਹੀਂ ਸਕਦਾ। ਜੇਕਰ ਇਹੀ ਗੱਲ ਪਤਰਸ ਸੋਚ ਲੈਂਦਾ ਕਿ ਹੁਣ ਮੈਂ ਪਾਣੀ ਅੰਦਰ ਡੁੱਬ ਰਿਹਾ ਹਾਂ, ਹੁਣ ਮੈਨੂੰ ਕੋਈ ਨਹੀਂ ਬਚਾ ਸਕਦਾ, ਤਾਂ ਸੱਚਮੁੱਚ ਉਹ ਡੁੱਬ ਜਾਣਾ ਸੀ। ਪਰ ਉਸਨੇ ਡੁੱਬ ਜਾਂਦੇ ਹੋਏ ਵੀ, ਡੁੱਬਦੇ ਸਮੇਂ ਵੀ ਇਹ ਵਿਸ਼ਵਾਸ ਰੱਖਿਆ, ਜਿਸ ਪ੍ਰਭੂ ਨੇ ਮੈਨੂੰ ਪਾਣੀ ਉੱਤੇ ਚੱਲਣ ਦੀ ਆਗਿਆ ਦਿੱਤੀ ਹੈ, ਉਹ ਮੈਨੂੰ ਪਾਣੀ ਚੋਂ ਡੁੱਬਣ ਤੇ ਬਚਾਉਣ ਦੀ ਵੀ ਤਾਕਤ ਰੱਖਦਾ। ਆਮੀਨ। ਅਗਰ ਇਹੀ ਵਿਸ਼ਵਾਸ ਤੁਹਾਡੇ ਅੰਦਰ ਵੀ ਆ ਜਾਏ ਕਿ ਜਿਸ ਪ੍ਰਭੂ ਨੇ
ਜਿਸ ਪਰਮੇਸ਼ਰ ਨੇ ਮੈਨੂੰ ਇਸ ਸੰਸਾਰ ਵਿੱਚ ਭੇਜਿਆ ਹੈ, ਜਿਨੇ ਮਾਂ ਦੀ ਗਰਭ ਅੰਦਰ 9 ਮਹੀਨੇ ਮੈਨੂੰ ਸੰਭਾਲ ਕੇ ਰੱਖਿਆ ਹੈ, ਜਿਸ ਨੇ ਮੈਨੂੰ ਹੱਡੀਆਂ, ਮਾਸ ਤੇ ਚਮੜੀ, ਸਰੀਰ ਦੇ ਅੰਗਾਂ ਦੇ ਨਾਲ ਬਲੈਸ ਕੀਤਾ ਹੈ। ਮੇਰੇ ਸਰੀਰ ਦਾ ਇੱਕ ਅੰਗ ਉਸਨੇ ਬਣਾਇਆ, ਉਸ ਨੂੰ ਪੈਦਾ ਕੀਤਾ ਹੈ, ਮੇਰੇ ਅੰਦਰ ਆਪਣਾ ਆਤਮਾ ਪਾ ਕੇ ਮੈਨੂੰ ਇਸ ਸੰਸਾਰ ਵਿੱਚ ਭੇਜਿਆ ਹੈ। ਜੇਕਰ ਉਹ ਮੈਨੂੰ ਇਹ ਜੀਵਨ ਦੇ ਸਕਦਾ ਹੈ ਤੇ ਉਹ ਮੈਨੂੰ ਡੁੱਬਣ ਤੋਂ ਵੀ ਬਚਾ ਸਕਦਾ ਹੈ। ਆਮੀਨ। ਜੋ ਮੈਨੂੰ ਵਪਾਰ ਦੇ ਸਕਦਾ ਹੈ, ਨੌਕਰੀ ਦੇ ਸਕਦਾ ਹੈ, ਉਹ ਫਿਰ ਮੈਨੂੰ ਡੁੱਬਣ ਤੋਂ ਵੀ ਬਚਾ ਸਕਦਾ ਹੈ। ਆਮੀਨ। ਹਾਲੇਲੂਇਆ। ਹਾਲੇਲੂਇਆ। ਜਿਹੜਾ ਇੱਕ ਅੱਛੇ ਜੀਵਨ ਸਾਥੀ ਦੇ ਨਾਲ ਮੇਰਾ ਵਿਆਹ ਕਰਵਾ ਸਕਦਾ ਹੈ, ਉਹ ਮੈਨੂੰ ਬੱਚੇ ਦੀ ਅਸੀਸ ਵੀ ਦੇ ਸਕਦਾ ਹੈ। ਆਮੀਨ। ਹਾਲੇਲੂਇਆ। ਹਾਲੇਲੂਇਆ। ਉਹਨੂੰ ਯਾਦ ਰੱਖਣਾ ਹੈ ਮੇਰੇ ਭੈਣ ਭਾਈ। ਅਗਰ ਤੁਸੀਂ ਯਾਦ ਰੱਖੋਗੇ, ਤੁਸੀਂ ਘੁਟਨੇ ਵੱਲ ਹੋ ਕੇ ਉਹਨੂੰ ਪੁਕਾਰੋਗੇ, ਤੁਸੀਂ ਆਪਣੇ ਹੰਝੂ ਉਹਦੇ ਗੜੀ ਬਹਾਓਗੇ, ਉਹ ਤੁਹਾਡੇ ਹੰਝੂਆਂ ਦੀ ਕਦਰ ਕਰੇਗਾ। ਕਿਸੇ ਮਨੁੱਖ ਦੇ ਸਾਹਮਣੇ ਹੰਝੂ ਬਹਾਏ ਹੋਏ ਸਾਡੇ ਮਜ਼ਾਕ ਦਾ ਕਾਰਨ ਬਣ ਜਾਂਦੇ ਨੇ, ਸਾਡੇ ਮਖੌਲ ਦਾ ਕਾਰਨ ਬਣ ਜਾਂਦੇ ਨੇ, ਪਰ ਜਿਹੜੇ ਲੋਕ ਯਿਸੂ ਮਸੀਹ ਦੇ ਸਾਹਮਣੇ ਹੰਝੂ ਬਹਾਉਂਦੇ ਨੇ, ਉਹ ਉਹਨਾਂ ਦੇ ਲਈ ਆਦਰ ਅਤੇ ਮਾਣ ਦਾ ਕਾਰਨ ਬਣਦੇ ਨੇ। ਆਮੀਨ। ਉਹਨਾਂ ਦੀ ਜ਼ਿੰਦਗੀ ਵਿੱਚ ਚਮਤਕਾਰ ਕਰਨ ਦਾ ਕਾਰਨ ਬਣ ਜਾਂਦੇ ਨੇ। ਇਸ ਲਈ ਅੱਜ ਆਪਣੇ ਹੰਝੂਆਂ ਨੂੰ ਰੋਕਣਾ ਨਹੀਂ, ਆਪਣੇ ਹੰਝੂਆਂ ਨੂੰ ਬਹਾਉਣਾ ਹੈ ਪਰਮੇਸ਼ਰ ਦੇ ਲਈ। ਤੁਹਾਡੀ ਜ਼ਿੰਦਗੀ ਦੇ ਅੰਦਰ ਆਮੀਨ।